ਪੰਜਾਬ ਸਰਕਾਰ ਦੇ ਵਾਅਦੇ ਸੀ ਜਿਹੜੇ ਘਰ ਘਰ ਰੁਜ਼ਗਾਰ ਦੇ, ਉਹਨਾਂ ਨੂੰ ਲੈ ਕੇ ਤੁਸੀਂ ਪਿਛਲੇ 2-2.5 ਸਾਲਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਬੈਠੇ ਹੋ। ਭਿਆਨਕ ਤਸ਼ੱਦਦ ਪੰਜਾਬ ਦੇ ਬੇਰੁਜ਼ਗਾਰਾਂ ਤੇ, ਨੌਜਵਾਨਾਂ ਤੇ ਲੜਕੀਆਂ ਤੇ ਲੜਕਿਆਂ ਤੇ ਕੀਤਾ ਗਿਆ, ਘੜੀਸਿਆ ਗਿਆ, ਖਿੱਚ-ਧੂ ਕੀਤੀ ਗਈ, ਪੱਗਾਂ ਦਸਤਾਰਾਂ ਲਾਈਆਂ ਗਈਆਂ, ਚੁੰਨੀਆਂ ਲਾਈਆਂ ਗਈਆਂ, ਬੇਅਦਬੀਆਂ ਕੀਤੀਆਂ ਗਈਆਂ। ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਕਿਸਾਨਾਂ ਦੇ ਉੱਪਰ ਤਸ਼ੱਦਦ ਹੁੰਦਾ। ਚੰਡੀਗੜ੍ਹ ਦੇ ਵਿੱਚ ਜਦੋਂ ਉਹ ਇੱਕ ਬੇਰੁਜ਼ਗਾਰ ਪਹਿਲਾਂ ਸੜਕਾਂ 'ਤੇ ਆਉਂਦੇ ਨੇ, ਫਿਰ ਅਧਿਆਪਕ ਸੜਕਾਂ 'ਤੇ ਆਉਂਦੇ ਨੇ, ਕੀ ਹਾਲਾਤ ਹੋ ਗਏ ਪੰਜਾਬ ਦੇ। ਮੋਤੀ ਮਹਿਲ ਪਟਿਆਲੇ ਅੱਗੇ ਜਾ ਕੇ, ਪਰੰਤੂ ਹਾਲਾਤ ਜਿਉਂਦੇ ਤਿਉਂ ਖੜੇ ਹੈ। ਜਿਹੜੇ ਲੋਕਾਂ ਨੂੰ ਪਟਿਆਲੇ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ, ਉਹ ਕੈਪਟਨ ਦੀਆਂ ਕੋਠੀਆਂ ਤੱਕ ਗਏ ਨੇ। ਜਿਹੜੇ ਨੌਜਵਾਨਾਂ ਨੂੰ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਸੀ, 100 ਦਿਨ ਤੋਂ ਉਹਦੇ ਸ਼ਹਿਰ ਦੇ ਵਿੱਚ ਟਾਵਰ ਤੇ ਚੜ੍ਹ ਕੇ ਬੈਠੇ ਨੇ ਤੇ ਰੋਜ਼ਾਨਾ ਮੁੱਖ ਮੰਤਰੀ ਦੀ ਕੋਠੀ ਵੱਲ, ਮਹਿਲਾਂ ਵੱਲ ਇਸ਼ਾਰਾ ਕਰਕੇ ਆਪਣੀਆਂ ਆਵਾਜ਼ਾਂ ਮਾਰਦੇ ਨੇ ਕਿ ਸਾਡਾ ਹਿੱਸਾ ਦਿਓ, ਸਾਡਾ ਰੁਜ਼ਗਾਰ ਦਿਓ। ਪੰਜਾਬ ਦੇ ਖਿਡਾਰੀਆਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਸੀ, ਸੀਐਮ ਦੀ ਕੋਠੀ ਤੱਕ ਜਾ ਕੇ ਆਪਣਾ ਪ੍ਰਦਰਸ਼ਨ ਕਰਦੇ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ KTV UK ਤੇ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਅਜਿਹੇ ਸ਼ਖਸ ਦੇ ਕੋਲ ਬੈਠੇ ਹਾਂ ਜਿਨ੍ਹਾਂ ਨੂੰ ਪਿਛਲੇ ਦਿਨੀ ਅੰਮ੍ਰਿਤਧਾਰੀ ਸਿੱਖ ਨੂੰ ਪੰਜਾਬ ਸਰਕਾਰ ਵੱਲੋਂ ਘੜੀਸਿਆ ਜਾਂਦਾ, ਪੰਜਾਬ ਪੁਲਿਸ ਵੱਲੋਂ ਘੜੀਸਿਆ ਜਾਂਦਾ। ਆਪਣੇ ਹੱਕਾਂ ਦੀ ਲੜਾਈ ਲੜਦੇ ਨੇ, ਪਟਿਆਲਾ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦੇ ਨੇ। ਤੇ ਹੁਣ ਫੇਰ ਇੱਕ ਅਜਿਹਾ ਪ੍ਰੋਗਰਾਮ ਦਿੱਤਾ ਗਿਆ ਹੈਗਾ, B.Ed ਬੇਰੁਜ਼ਗਾਰ ਟੈਟ ਪਾਸ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਸੁਖਵਿੰਦਰ ਸਿੰਘ ਢਿੱਲਵਾਂ ਦੇ ਨਾਲ। ਬਾਈ ਜੀ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੜੇ ਵੱਡੇ ਪ੍ਰੋਗਰਾਮ ਦਿੱਤੇ ਜਾਂਦੇ ਨੇ। ਪੰਜਾਬ ਸਰਕਾਰ ਦੇ ਵਾਅਦੇ ਸੀ ਜਿਹੜੇ ਘਰ ਘਰ ਰੁਜ਼ਗਾਰ ਦੇ, ਉਹਨਾਂ ਨੂੰ ਲੈ ਕੇ ਤੁਸੀਂ ਪਿਛਲੇ 2-2.5 ਸਾਲਾਂ ਤੋਂ ਸਿੱਖਿਆ ਮੰਤਰੀ ਦੀ ਕੋਠੀ ਮੂਹਰੇ ਬੈਠੇ ਹੋ ਜੀ। ਕੀ ਕਹੋਗੇ? ਇਸ ਵਾਰ ਫੇਰ ਇੱਕ ਵੱਡਾ ਪ੍ਰੋਗਰਾਮ ਦੇ ਦਿੱਤਾ ਗਿਆ। ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ, ਸਾਨੂੰ ਇਹ ਗੱਲ ਲੱਗਦੀ ਸੀ ਕਿ ਕਾਂਗਰਸ ਸਰਕਾਰ ਦੇ ਜਿਹੜੇ ਚੋਣ ਵਾਅਦੇ ਹੈ, ਘਰ ਘਰ ਨੌਕਰੀ ਦੇ, ਬੇਰੁਜ਼ਗਾਰੀ ਭੱਤੇ ਦੇ ਜਾਂ ਹੋਰ ਸਾਰੇ ਵਰਗਾਂ ਦੇ, ਵੀ ਸ਼ਾਇਦ ਕਾਂਗਰਸ ਸਰਕਾਰ ਇਹ ਪੂਰੇ ਕਰੇ। ਪਰ 2017 ਦੇ ਵਿੱਚ ਜਦੋਂ ਤੋਂ ਕਾਂਗਰਸ ਸਰਕਾਰ ਹੋਂਦ ਵਿੱਚ ਆਈ, ਉਦੋਂ ਤੋਂ ਲੈ ਕੇ ਲਗਾਤਾਰ ਵੱਖ-ਵੱਖ ਅਸੀਂ ਬੇਰੁਜ਼ਗਾਰ ਆਪਣੀਆਂ ਮੰਗਾਂ ਲਈ ਮੌਕੇ ਦੇ ਮੰਤਰੀਆਂ ਕੋਲੋਂ, ਸਿੱਖਿਆ ਮੰਤਰੀ, ਸਿਹਤ ਮੰਤਰੀ ਕੋਲੋਂ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਬੇਨਤੀਆਂ ਕਰਦੇ ਰਹੇ। ਨਹੀਂ ਸੁਣੀ ਗਈ। ਲੰਬਾ ਸਮਾਂ ਜਦੋਂ ਵਿਜੇਂਦਰ ਸਿੰਗਲਾ ਸਿੱਖਿਆ ਮੰਤਰੀ ਪੰਜਾਬ ਬਣੇ, ਉਹਨਾਂ ਦੀ ਕੋਠੀ ਜਿਹੜੀ ਸੰਗਰੂਰ ਦੇ ਵਿੱਚ, ਉਸੇ ਸ਼ਹਿਰ ਦੇ ਵਿੱਚ DC ਦਫ਼ਤਰ ਮੂਹਰੇ ਬੈਠ ਕੇ ਬੇਨਤੀਆਂ ਕਰਦੇ ਰਹੇ। ਨਹੀਂ ਬੇਨਤੀਆਂ ਸੁਣੀਆਂ, ਜਾ ਕੇ ਕੋਠੀ ਦਾ ਘਿਰਾਓ ਕਰਦੇ ਰਹੇ ਤਾਂ ਭਿਆਨਕ ਲਾਠੀ ਚਾਰਜ ਕੀਤੇ ਜਾਂਦੇ ਰਹੇ। ਇਸ ਤੋਂ ਬਾਅਦ 31 ਦਸੰਬਰ 2020 ਨੂੰ ਅਸੀਂ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਦੀ ਕੋਠੀ ਦੇ ਗੇਟ ਤੇ ਬੈਠ ਕੇ, ਜਾ ਕੇ ਪੱਕਾ ਮੋਰਚਾ ਲਾ ਕੇ ਬੈਠ ਕੇ ਬੇਨਤੀਆਂ ਕਰਦੇ ਰਹੇ। ਨਹੀਂ ਸੁਣੀ ਗਈ ਗੱਲ। 2-3 ਵਾਰ ਮੋਤੀ ਮਹਿਲ ਗਏ ਜੀ। ਪਿਛਲੇ 11 ਅਪ੍ਰੈਲ, 25 ਅਪ੍ਰੈਲ, 8 ਜੂਨ 3-4 ਵਾਰ ਲਗਾਤਾਰ ਗਏ। ਇਹਨਾਂ ਦਿਨਾਂ ਦੇ ਵਿੱਚ ਮੋਤੀ ਮਹਿਲ ਤੋਂ ਗਾਹਾਂ ਜਾ ਕੇ, ਅੱਗੇ ਜਾ ਕੇ ਬਾਈਪੀਐਸ ਚੌਕ ਤੋਂ ਜਿੱਥੇ ਮੋਤੀ ਮਹਿਲ ਬਣਦਾ ਹੈ, ਅਸੀਂ ਸੋਚਿਆ ਕਿ ਉੱਥੇ ਜਾ ਕੇ, ਗੇਟ ਤੇ ਜਾ ਕੇ, ਦਰਵਾਜ਼ੇ ਤੇ ਜਾ ਕੇ, ਜਦੋਂ ਕਾਂਗਰਸ ਪਾਰਟੀ 2000 ਪਿਛਲੀਆਂ 17 ਦੀਆਂ ਚੋਣਾਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਆ ਕੇ ਵੋਟਾਂ ਮੰਗਦੀਆਂ ਰਹੀਆਂ ਨੇ, ਅਸੀਂ ਉਹਨਾਂ ਦਾ ਜਿਹੜਾ CM ਬਣਾਇਆ ਗਿਆ, ਉਹਨਾਂ ਕੋਲੇ ਜਾ ਕੇ ਆਪਣੀ ਬੇਨਤੀ ਕਰੀਏ। ਪਰੰਤੂ ਬੇਨਤੀ ਨਹੀਂ ਸੁਣੀ ਗਈ। ਜਿਹੜਾ ਕੁਝ ਮੀਡੀਆ ਦੇ ਵਿੱਚ ਤੁਸੀਂ ਵੇਖਿਆ, ਭਿਆਨਕ ਤਸ਼ੱਦਦ ਪੰਜਾਬ ਦੇ ਬੇਰੁਜ਼ਗਾਰਾਂ ਤੇ, ਨੌਜਵਾਨਾਂ ਤੇ ਲੜਕੀਆਂ ਤੇ ਲੜਕਿਆਂ ਤੇ ਕੀਤਾ ਗਿਆ, ਘੜੀਸਿਆ ਗਿਆ, ਖਿੱਚ-ਧੂ ਕੀਤੀ ਗਈ, ਪੱਗਾਂ ਦਸਤਾਰਾਂ ਲਾਈਆਂ ਗਈਆਂ, ਚੁੰਨੀਆਂ ਲਾਈਆਂ ਗਈਆਂ, ਬੇਅਦਬੀਆਂ ਕੀਤੀਆਂ ਗਈਆਂ। ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਕਾਂਗਰਸ ਸਰਕਾਰ ਜਿਹੜੀ ਇਸ ਵਾਅਦੇ ਦੇ ਨਾਲ ਸੱਤਾ 'ਤੇ ਆਈ ਸੀ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਵਾਂਗੇ, ਨੌਕਰੀ ਦੇਵਾਂਗੇ। ਕਰੀਬ 4.5 ਸਾਲ ਲੰਘ ਚੁੱਕੇ ਹੈ, ਭੱਤਾ ਦੇਵਾਂਗੇ, ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਲਗਾਤਾਰ ਬੇਰੁਜ਼ਗਾਰ ਆਪਣੇ ਰੋਸ ਪ੍ਰਦਰਸ਼ਨ ਕਰ ਰਹੇ ਨੇ। ਸਿੱਖਿਆ ਮੰਤਰੀ ਦੇ ਸ਼ਹਿਰ ਦੇ ਵਿੱਚ, ਹਲਕੇ ਦੇ ਵਿੱਚ, ਪਿੰਡਾਂ ਦੇ ਵਿੱਚ ਅਤੇ ਮੋਤੀ ਮਹਿਲ ਪਟਿਆਲੇ ਅੱਗੇ ਜਾ ਕੇ। ਪਰੰਤੂ ਹਾਲਾਤ ਜਿਉਂਦੇ ਤਿਉਂ ਖੜੇ ਹੈ। ਪਿਛਲੇ 4-4.25 ਸਾਲ ਦੇ ਵਿੱਚ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਬੇਰੁਜ਼ਗਾਰੀ ਭੱਤਾ 2500 ਰੁਪਏ ਜਿਹੜਾ ਹਰੇਕ ਬੇਰੁਜ਼ਗਾਰ ਨੂੰ ਦੇਣ ਦਾ ਵਾਅਦਾ ਕੀਤਾ ਸੀ, ਉਹ ਇਹ ਗੱਲ ਕਹਿ ਕੇ ਕਾਂਗਰਸ ਸਰਕਾਰ ਮੁੱਕਰ ਗਈ ਹੈ ਕਿ ਕਰੋਨਾ ਕਰਕੇ ਪੰਜਾਬ ਦੇ ਵਿੱਤੀ ਹਾਲਾਤ ਵਿਗੜੇ ਨੇ। ਜਦ ਕਿ ਕਾਰਪੋਰੇਟ ਘਰਾਣਿਆਂ ਨੂੰ, ਜਦ ਕਿ ਜਿਹੜਾ ਅਨੇਕਾਂ ਉਹਨਾਂ ਲੋਕਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਗਈਆਂ ਨੇ, ਕਈਆਂ ਦੇ ਟੈਕਸ ਮਾਫ ਕੀਤੇ ਗਏ ਨੇ, ਕਈਆਂ ਦੇ ਕਰਜ਼ੇ ਮਾਫ ਕੀਤੇ ਗਏ ਨੇ, ਜਿਹੜੇ ਸਰਕਾਰ ਦੇ ਝੋਲੀ ਚੁੱਕ ਲੋਕ ਨੇ। ਪਰੰਤੂ ਜਿਹੜੇ ਪੰਜਾਬ ਦੇ ਬੇਰੁਜ਼ਗਾਰ ਪੂਰੀ ਤਰ੍ਹਾਂ ਪੀੜਤ ਨੇ। ਆਰਥਿਕ ਹਾਲਾਤ ਬਹੁਤ ਮਾੜੇ ਨੇ। ਪ੍ਰਾਈਵੇਟ ਸਕੂਲਾਂ ਦੇ ਵਿੱਚ ਟੀਚ ਕਰਦੇ ਸੀ, ਉਹਨਾਂ ਸਕੂਲਾਂ ਦੇ ਵਿੱਚ ਉਹ ਹਟਾ ਦਿੱਤਾ ਗਿਆ, ਜਾਂ ਫਿਰ ਉਹਦੀ ਜਿਹੜੀ ਤਨਖਾਹ ਹੈ 40%, 50% ਦੇਣ ਦਾ ਵਾਅਦਾ ਕੀਤਾ ਗਿਆ ਪ੍ਰਾਈਵੇਟ ਸਕੂਲਾਂ ਵੱਲੋਂ, ਪਰੰਤੂ ਨਹੀਂ ਦਿੱਤਾ ਜਾ ਰਿਹਾ। ਬਹੁਤ ਬਦਤਰ ਹਾਲਤ ਨੇ। ਨੌਜਵਾਨ ਖੁਦਕੁਸ਼ੀਆਂ ਦੇ ਰਾਹ ਨੇ ਬੇਰੁਜ਼ਗਾਰੀ ਕਰਕੇ। ਪਰੰਤੂ ਕਾਂਗਰਸ ਸਰਕਾਰ ਆਪਣੇ ਚੋਣ ਵਾਅਦੇ ਤੋਂ ਪੂਰੀ ਤਰ੍ਹਾਂ ਭੱਜ ਚੁੱਕੀ ਹੈ। ਬੇਰੁਜ਼ਗਾਰ ਐਜੀਟੇਸ਼ਨ ਕਰਕੇ ਰੁਜ਼ਗਾਰ ਗੱਲ ਕਰੀਏ ਤਾਂ ਪਿਛਲੇ ਦਿਨੀ
ਕਿਸਾਨਾਂ ਦੇ ਉੱਪਰ ਤਸ਼ੱਦਦ ਹੁੰਦਾ। ਚੰਡੀਗੜ੍ਹ ਦੇ ਵਿੱਚ ਜਦੋਂ ਉਹ ਇੱਕ ਕਿਹਾ ਜਾਂਦਾ ਕਿ ਅਸੀਂ ਸ਼ਾਂਤ ਤਰੀਕੇ ਦੇ ਨਾਲ ਆਪਣਾ ਜਿਹੜਾ ਪ੍ਰੋਟੈਸਟ ਆ ਉਹ ਕਰਾਂਗੇ, ਗਵਰਨਰ ਹਾਊਸ ਤੱਕ ਅਸੀਂ ਜਾਣਾਗਾ, ਉਹਨੂੰ ਮੰਗ ਪੱਤਰ ਦੇਣਾਗਾ। ਉਸ ਤੋਂ ਪਹਿਲਾਂ ਦੀ ਗੱਲ ਕਰੀ ਤਾਂ ਬੇਰੁਜ਼ਗਾਰਾਂ ਦੇ ਉੱਪਰ ਤਸ਼ੱਦਦ ਹੁੰਦਾ। ਬੇਰੁਜ਼ਗਾਰ ਪਹਿਲਾਂ ਸੜਕਾਂ 'ਤੇ ਆਉਂਦੇ ਨੇ, ਫਿਰ ਅਧਿਆਪਕ ਸੜਕਾਂ 'ਤੇ ਆਉਂਦੇ ਨੇ, ਕੱਚੇ ਅਧਿਆਪਕ, ਫਿਰ ਸਟੂਡੈਂਟ ਜਿਹੜੇ ਸੜਕਾਂ 'ਤੇ ਆਉਂਦੇ ਨੇ, ਅਤੇ ਪੈਰਾ ਪਲੇਅਰ ਸੜਕਾਂ 'ਤੇ ਆ ਜਾਂਦੇ ਨੇ। ਕੀ ਲੱਗਦਾ ਇਹ ਸਾਰੀਆਂ ਜਿਹੜੀਆਂ ਜੇ ਆਪਾਂ ਘਟਨਾਵਾਂ ਦੇਖੀਏ ਤਾਂ ਕਿਵੇਂ ਦਾ ਦੇਖਦੇ ਹੋ ਇਸ ਸਰਕਾਰ ਨੂੰ ਜਾਂ ਇਸ ਪੰਜਾਬ ਨੂੰ? ਕੀ ਹਾਲਾਤ ਹੋ ਗਏ ਪੰਜਾਬ ਦੇ? ਅਸਲ ਦੇ ਵਿੱਚ ਕਾਂਗਰਸ ਸਰਕਾਰ, ਸੂਬਾ ਸਰਕਾਰ ਅਤੇ ਭਾਰਤ ਸਰਕਾਰ ਹੁਣ ਤੱਕ ਜਾਂ ਪਿਛਲੇ ਸਮਿਆਂ ਦੇ ਵਿੱਚੋਂ ਜਿਹੜੀਆਂ ਸਰਕਾਰਾਂ ਸੱਤਾ 'ਤੇ ਕਾਬਜ਼ ਰਹੀਆਂ ਨੇ, ਸਾਰੇ ਆਪਣੇ ਉਹ ਚੋਣ ਵਾਅਦਿਆਂ ਕਰਕੇ ਜਿਹੜੇ ਲੋਕਾਂ ਨਾਲ ਕਰਦੀਆਂ ਨੇ ਅਤੇ ਜਿਨ੍ਹਾਂ ਤੋਂ ਲੋਕਾਂ ਨੂੰ ਆਸ ਹੁੰਦੀ ਹੈ, ਜਿਹੜੀ ਆਸ 'ਤੇ ਪੰਜਾਬ ਦੇ ਭਾਰਤ ਦੇ ਲੋਕ ਉਹਨਾਂ ਨੂੰ ਆਪਣਾ ਮਤਦਾਨ ਕਰਦੇ ਨੇ, ਜਦੋਂ ਉਹਨਾਂ ਤੋਂ ਮੁੱਕਰਦੀਆਂ ਨੇ ਤਾਂ ਆਖਰੀ ਸਾਲ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਦਾ ਜਾਂ ਕਿਸੇ ਵੀ ਸਰਕਾਰ ਦਾ ਆਖਰੀ ਸਾਲ ਹੁੰਦਾ ਜਿਵੇਂ ਚੱਲ ਰਿਹਾ ਹੈ, ਤਾਂ ਲੋਕ ਆਪਣੀ ਮੰਗ ਲੈ ਕੇ ਉਹਨਾਂ ਦੇ ਦਰਵਾਜ਼ਿਆਂ 'ਤੇ ਜਾਂਦੇ ਨੇ, ਜਦ ਕਿ ਸਿੱਧੀ ਜ਼ਿੰਮੇਵਾਰੀ ਉਹਨਾਂ ਦੀ ਜਿਹੜੀ ਚੋਣ ਵਾਅਦਾ ਕੀਤਾ ਬਿਨਾਂ ਮੰਗੇ ਉਹ ਚੋਣ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਪਰੰਤੂ ਅੱਜ ਭਾਰਤ ਦੇ ਸਾਡੇ ਹਾਲਾਤ ਇਹ ਨੇ, ਸਾਡੇ ਸੂਬੇ ਦੇ ਹਾਲਾਤ ਇਹ ਨੇ, ਭਾਵੇਂ ਕੋਈ ਜਿਹੜਾ ਖਿਡਾਰੀ ਨੇ, ਭਾਵੇਂ ਕੋਈ DPPT ਆਰਟ ਐਂਡ ਕਰਾਫਟ ਨੇ, ਭਾਵੇਂ ਕੋਈ ETT ਹੈ, ਭਾਵੇਂ BEd ਪਾਸ ਹੈ, ਜਿਹੜੇ ਭਾਵੇਂ ਕੋਈ ਮਲਟੀਪਰਪਜ਼ ਹੈਲਥ ਵਰਕਰ ਹੈ, ਆਪਣੀਆਂ ਨੌਕਰੀਆਂ ਲਈ, ਆਪਣੇ ਰੁਜ਼ਗਾਰ ਲਈ, ਆਪਣੀਆਂ ਜ਼ਮੀਨਾਂ ਬਚਾਉਣ ਲਈ ਕਿਸਾਨ ਸੰਘਰਸ਼ ਕਰਦੇ ਹੈ। ਜੇਕਰ ਸਰਕਾਰਾਂ ਇਹਨਾਂ ਕੈਟਾਗਰੀ ਦੇ ਲੋਕਾਂ ਦੇ ਨਿੱਜੀ ਜੀਵਨ ਦੇ ਵਿੱਚ ਦਖਲ ਨਾ ਦੇਣ, ਜਿਹੜੇ ਵਾਅਦੇ ਕਰਕੇ ਸੱਤਾ 'ਤੇ ਆਉਂਦੀਆਂ ਉਹ ਵਾਅਦੇ ਨਾ ਕਰਨ, ਸ਼ਾਇਦ ਇਹ ਹਾਲਾਤ ਨਾ ਹੋਣ। ਕਿਉਂਕਿ ਹਾਲਾਤ ਇਹ ਨੇ, ਉਹਨਾਂ ਨੂੰ, ਲੋਕਾਂ ਨੂੰ, ਬੇਰੁਜ਼ਗਾਰਾਂ ਨੂੰ ਇਸ ਗੱਲ ਦਾ ਝਾਂਸਾ ਦੇ ਕੇ ਜਦੋਂ ਉਹਨਾਂ ਦੀ ਮੱਤ ਹਾਸਲ ਕੀਤੀ ਜਾਂਦੀ ਹੈ, ਵੋਟ ਲਈ ਜਾਂਦੀ ਹੈ, ਤਾਂ ਉਹ ਫਿਰ ਆਸ ਕਰਦੇ ਨੇ ਅਤੇ ਉਹਨਾਂ ਆਸਾਵਾਂ 'ਤੇ ਇਹ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ। ਇੱਕ ਮੁਲਾਜ਼ਮ ਜੇਕਰ ਕੋਈ ਨੌਕਰੀ ਵੀ ਕਰਦਾ ਹੈ, 58 ਸਾਲ ਤੱਕ ਕਿਸਾਨ ਖੇਤੀ ਵੀ ਕਰਦਾ ਹੈ, ਦਿਨ ਰਾਤ 24 ਘੰਟੇ ਆਪਣੀ ਜ਼ਮੀਨ ਦੇ ਵਿੱਚ ਕੰਮ ਕਰਕੇ, ਉਹਨਾਂ ਦੇ ਹਾਲਾਤ ਬਦਤਰ ਹੁੰਦੇ ਜਾ ਰਹੇ ਨੇ। ਇੱਕ ਵਾਰ ਇਸ ਸਿਸਟਮ ਦੇ ਵਿੱਚ ਆਇਆ ਕੋਈ ਮੰਤਰੀ, ਕੋਈ MLA, ਵਿਧਾਇਕ, ਜਦੋਂ ਕੋਈ ਕਿਸੇ ਕੁਰਸੀ 'ਤੇ ਬੈਠਦਾ ਉਹ ਅਰਬਾਂ ਖਰਬਾਂ ਰੁਪਇਆ ਬਣਾ ਕੇ ਵਿਦੇਸ਼ਾਂ ਦੇ ਵਿੱਚ ਜ਼ਮੀਨਾਂ ਬਣਾ ਕੇ, ਪੜ੍ਹਾਈਆਂ ਉਹਨਾਂ ਦੀਆਂ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਬੱਚਿਆਂ ਦੀਆਂ, ਉਹਨਾਂ ਦਾ ਇਲਾਜ ਵਿਦੇਸ਼ਾਂ ਦੇ ਵਿੱਚ। ਪੰਜਾਬ ਭਾਰਤ ਦੇ ਵਿੱਚ ਇਹ ਹਾਲਾਤ ਕਿ ਕਿਸੇ ਵੀ ਮਾਮੂਲੀ ਬਿਮਾਰੀ ਕਾਰਨ ਕੋਈ ਵੀ ਇੱਥੋਂ ਦਾ ਬਸ਼ਿੰਦਾ ਇਲਾਜ ਕਰਾਉਣ ਤੋਂ ਅਸਮਰੱਥ ਹੈ। ਜ਼ਿੰਦਗੀ ਦੀ ਸਾਰੀ ਕਮਾਈ ਉਹਨਾਂ ਦੀ ਪੜ੍ਹਾਈ 'ਤੇ, ਬੱਚਿਆਂ ਦੀ 'ਤੇ ਜਾਂ ਫਿਰ ਇਲਾਜ 'ਤੇ ਲੱਗਦੀ ਹੈ, ਜਦ ਕਿ ਲੋਕਾਂ ਦੀਆਂ ਵੋਟਾਂ ਲੈ ਕੇ ਕੁਰਸੀਆਂ ਸੰਭਾਲਣ ਵਾਲੇ ਲੋਕ ਆਪਣਾ ਇਲਾਜ ਵੀ ਵਿਦੇਸ਼ਾਂ 'ਚੋਂ ਕਰਾਉਂਦੇ ਆ, ਆਪਣੀ ਪੜ੍ਹਾਈ ਵੀ ਬੱਚਿਆਂ ਦੀ ਵਿਦੇਸ਼ਾਂ ਤੋਂ ਕਰਵਾਉਂਦੇ ਨੇ। ਪੰਜਾਬ ਦੇ ਵਿੱਚ ਇਹ ਤਾਜ਼ਾ ਉਦਾਹਰਨ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਜਿਹੜਾ 550 ਰੁਪਏ ਦਾ ਟੀਕਾ 1100 ਰੁਪਏ 'ਚ ਵੇਚਦੇ ਨੇ, ਆਪਾਂ ਉਹਨਾਂ ਨੂੰ ਖੁਦ ਨੂੰ ਜੇ ਕਰੋਨਾ ਪੋਜ਼ੀਟਿਵ ਆਉਂਦੇ ਨੇ ਤਾਂ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਨੇ। ਸਾਡੇ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵੱਲ ਪ੍ਰੇਰਿਤ ਕੀਤਾ ਜਾਂਦਾ ਜਿੱਥੇ ਕਿ ਸਹੂਲਤਾਂ ਦੀ ਪੂਰੀ ਤਰ੍ਹਾਂ ਅਣਹੋਂਦ ਹੈ, ਅਤੇ ਪੰਜਾਬ ਦੇ ਲੋਕ ਇਹਨਾਂ ਹਾਲਾਤਾਂ ਦੇ ਵਿੱਚ, ਭਾਰਤ ਦੇ ਲੋਕ ਇਹਨਾਂ ਹਾਲਾਤਾਂ ਦੇ ਵਿੱਚ ਆਪਣੀ ਜਿਹੜੀ ਮੌਤ ਵੱਲ ਨੂੰ ਜਾ ਰਹੇ ਨੇ, ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਨੇ। ਅਤੇ ਸਰਕਾਰ ਸੁੱਧਮ ਸਿੱਧੀ ਇਸ ਗੱਲ ਵਾਸਤੇ ਜ਼ਿੰਮੇਵਾਰ ਹੈ ਕਿ ਜਿਹੜੇ ਚੋਣ ਵਾਅਦੇ ਕਰਦੀ ਹੈ, ਜਦੋਂ ਉਹਨਾਂ ਵਾਅਦਿਆਂ ਤੋਂ ਭੱਜਦੀ ਹੈ ਤਾਂ ਲੋਕ ਆਪਣੀ ਪੂਰਤੀ ਵਾਸਤੇ ਵੱਧਦੇ ਨੇ, ਭਾਵੇਂ ਕਿਸਾਨ ਹੈ, ਬੇਰੁਜ਼ਗਾਰ ਹੈ, ਖਿਡਾਰੀ ਹੈ। ਜੇ ਗੱਲ ਕਰੀਏ ਤਾਂ ਤੁਸੀਂ ਕਿਹਾ ਕਿ ਵੀ ਜਿਹੜਾ ਕਰੋਨਾ ਹੈਗਾ, ਕਰੋਨਾ ਦਾ ਟੀਕਾ ਲੱਗ ਰਿਹਾ ਹੈਗਾ, ਅੱਜ ਘਰ ਘਰ ਰੁਜ਼ਗਾਰ ਦੇ ਵਾਅਦੇ ਨੇ ਜਿਹੜੇ ਉਹ ਫੇਲ ਹੋ ਗਏ ਨੇ, ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਸੀ। ਇਸ ਤੋਂ ਪਹਿਲਾਂ ਤੁਸੀਂ ਬੜਾ ਤਸ਼ੱਦਦ ਝੱਲਿਆ, ਬੜੀਆਂ ਲੜਾਈਆਂ ਲੜੀਆਂ। ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਕਿਵੇਂ ਦੇਖਦੇ ਹੋ? ਪੰਜਾਬ ਦੀ ਨੌਜਵਾਨੀ ਦੇ ਵਿੱਚ, ਪੰਜਾਬ ਦੀ ਕਿਸਾਨੀ ਦੇ ਵਿੱਚ, ਪੰਜਾਬ ਦੇ ਲੋਕਾਂ ਦੇ ਵਿੱਚ, ਉਹਨਾਂ ਦੇ ਖੂਨ ਦੇ ਵਿੱਚ ਇਹ ਗੱਲਾਂ ਰਚੀਆਂ ਹੋਈਆਂ ਨੇ ਕਿ ਉਹ ਆਪਣੇ ਹੱਕਾਂ ਲਈ ਲੜਦੇ ਹੈ ਜੀ। ਇਤਿਹਾਸ ਨੂੰ ਦੁਹਰਾਇਆ ਜਾਂਦਾ ਹੈ, ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦਾ ਹੋਵੇ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਵੇਲਿਆਂ ਦਾ ਹੋਵੇ, ਕਰਤਾਰ ਸਿੰਘ ਊਧਮ ਸਿੰਘ, ਭਗਤ ਸਿੰਘ ਹੁਣਾਂ ਵੇਲੇ ਦਾ ਹੋਵੇ। ਜਦੋਂ ਕੋਈ ਪੰਜਾਬ ਦੇ ਲੋਕਾਂ ਦੀ ਅਣਖ ਨੂੰ, ਗੈਰਤ ਨੂੰ ਵੰਗਾਰਦਾ ਹੈ, ਕੋਈ ਝੂਠੇ ਵਾਅਦੇ ਕਰਕੇ ਇਹਨਾਂ ਦੀ ਹਮਦਰਦੀ ਹਾਸਲ ਕਰਕੇ ਪਿੱਠ ਦਿਖਾਉਂਦਾ ਹੈ, ਤਾਂ ਫਿਰ ਉਸ ਨੂੰ ਸਬਕ ਵੀ ਸਿਖਾਉਂਦੇ ਹੈ। ਤੁਸੀਂ ਵੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਟਿਆਲੇ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਸੀ ਉਹ ਕੈਪਟਨ ਦੀਆਂ ਕੋਠੀਆਂ ਤੱਕ ਗਏ ਨੇ। ਜਿਹੜੇ ਨੌਜਵਾਨਾਂ ਨੂੰ ਸ਼ਹਿਰ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਸੀ 100 ਦਿਨ ਤੋਂ ਉਹਦੇ ਸ਼ਹਿਰ ਦੇ ਵਿੱਚ ਟਾਵਰ 'ਤੇ ਚੜ੍ਹ ਕੇ ਬੈਠੇ ਨੇ, ਅਤੇ ਰੋਜ਼ਾਨਾ ਮੁੱਖ ਮੰਤਰੀ ਦੀ ਕੋਠੀ ਵੱਲ, ਮਹਿਲਾਂ ਵੱਲ ਇਸ਼ਾਰਾ ਕਰਕੇ ਆਪਣੀਆਂ ਆਵਾਜ਼ਾਂ ਮਾਰਦੇ ਨੇ ਕਿ ਸਾਡਾ ਹਿੱਸਾ ਦਿਓ, ਸਾਡਾ ਰੁਜ਼ਗਾਰ ਦਿਓ। ਜਿਹੜੇ ਲੋਕਾਂ ਨੂੰ, ਪੰਜਾਬ ਦੇ ਖਿਡਾਰੀਆਂ ਨੂੰ ਚੰਡੀਗੜ੍ਹ ਦੇ ਵਿੱਚ ਨਹੀਂ ਵੜਨ ਦਿੱਤਾ ਜਾਂਦਾ ਸੀ, CM ਦੀ ਕੋਠੀ ਤੱਕ ਜਾ ਕੇ ਆਪਣਾ ਪ੍ਰਦਰਸ਼ਨ ਕਰਦੇ ਹੈ। ਜਿਹੜੇ ਲੋਕਾਂ ਨੂੰ ਪੰਜਾਬ ਦੇ ਵਿੱਚੋਂ ਟੱਪਣ ਨਹੀਂ ਸੀ ਦਿੱਤਾ ਜਾਂਦਾ ਹਰਿਆਣੇ ਵੱਲ ਨੂੰ, ਉਹ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹੈ। ਜਿਹੜੇ ਐਕਟਾਂ ਦੀਆਂ, ਜਿਹੜੇ ਨਿਯਮਾਂ ਦੀਆਂ ਪਿਛਲੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ, ਇੱਥੋਂ ਦੀ ਭਾਜਪਾ ਵੀ, ਜਿਹੜੇ ਇਸ ਜਿਹੜਾ ਤਿੰਨੇ ਕਾਲੇ ਕਾਨੂੰਨਾਂ ਦੇ ਗੁਣ ਗਾਉਂਦੀਆਂ ਸੀ, ਉਹਨਾਂ ਦੇ ਫਾਇਦੇ ਗਿਣਾਉਂਦੀਆਂ ਸੀ, ਅਤੇ ਅੱਜ ਸਾਰੀਆਂ
ਉਹਦੇ ਉਲਟ ਚੱਲ ਕੇ ਲੋਕ ਲਹਿਰ ਦੇ ਨਾਲ ਖੜ ਰਹੀਆਂ ਨੇ। ਇਹ ਪੰਜਾਬ ਦਾ, ਭਾਰਤ ਦਾ ਇਤਿਹਾਸ ਹੈ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹਨਾਂ ਨੂੰ ਪੂਰਾ ਕਰਾਉਣ ਵਾਸਤੇ ਲੋਕ ਲੜਦੇ ਆ। ਉਸ ਲੜਾਈ ਦੇ ਵਿੱਚ ਭਾਵੇਂ ਫਿਰ ਕੀਮਤੀ ਜਾਨਾਂ ਚਲੀਆਂ ਜਾਣ, ਭਾਵੇਂ ਜੇਲ੍ਹਾਂ ਹੋਣ, ਭਾਵੇਂ ਜਿਹੜਾ ਮਰਜ਼ੀ ਰਿਪਰੈਸ਼ਨ ਹੋਵੇ, ਤੇ ਪੰਜਾਬ ਦੇ ਲੋਕ ਉਸ ਗੱਲ ਨੂੰ ਫੇਸ ਕਰਦੇ ਆ, ਆਪਣੀਆਂ ਮੰਗਾਂ ਬਣਾਉਣ ਲਈ ਸੰਘਰਸ਼ ਕਰਦੇ ਆ। ਤੇ ਪੰਜਾਬ ਦਾ ਇਤਿਹਾਸ ਤੁਸੀਂ ਵੇਖ ਰਹੇ ਹੋ। ਬੇਰੁਜ਼ਗਾਰ ਜਿਹੜੇ ਅੱਜ ਸਾਡੇ ਸਾਥੀ ਪਟਿਆਲੇ ਦੇ ਵਿੱਚ ਬੈਠੇ ਆ 100 ਦਿਨ ਤੋਂ ਤਕਰੀਬਨ ਟਾਵਰ ਤੇ, ਹਾਲਤ ਬਹੁਤ ਬਦਤਰ ਹੈ। ਸੰਗਰੂਰ ਦੇ ਵਿੱਚ ਸਿੱਖਿਆ ਮੰਤਰੀ ਨੂੰ ਇਸ ਗੱਲ ਤੇ ਬਹੁਤ ਵੱਡੀ ਲਾਹਨਤ ਹੈ ਕਿ ਆਪਣੀ ਕੋਠੀ ਦੇ ਵਿੱਚ ਕਰੀਬ 6 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ। ਅਸੀਂ ਅੱਜ 180 ਦਿਨ ਹੋ ਗਏ ਆ, 6 ਮਹੀਨੇ ਪੂਰੇ ਹੋ ਗਏ ਆ, ਕੋਠੀ ਦੇ ਗੇਟ ਤੇ ਬੈਠੇ, ਆਪਣੀ ਕੋਠੀ ਦੇ ਵਿੱਚ ਸਿੱਖਿਆ ਮੰਤਰੀ ਨਹੀਂ ਵੜ ਸਕਿਆ। ਸ਼ਹਿਰ ਦੇ ਵਿੱਚ ਆਉਂਦਾ, ਜਦੋਂ ਪਤਾ ਲੱਗਦਾ ਬੇਰੁਜ਼ਗਾਰਾਂ ਨੂੰ, ਜਿੱਥੇ ਕਿਤੇ ਆਉਂਦਾ ਉੱਥੇ ਜਾ ਕੇ ਘਰਾਓ ਕਰਦੇ ਆ। ਪੁਲਿਸ ਤੋਂ ਚੱਕ ਕੇ ਘੜੀਸ ਕੇ ਥਾਣਿਆਂ 'ਚ ਡੱਕਿਆ ਜਾਂਦਾ, ਪਰਚੇ ਦਰਜ ਕੀਤੇ ਜਾਂਦੇ ਆ ਇਸ ਆਸ ਦੇ ਨਾਲ ਕਿ ਸ਼ਾਇਦ ਇੱਕ ਵਾਰ ਪਰਚਾ ਦਰਜ ਕੀਤਾ ਇਹ ਅਗਲਾ ਜਿਹੜਾ ਆਪਣਾ ਸੰਘਰਸ਼ ਹੈ ਉਹਨੂੰ ਰੋਕਣਗੇ ਜਾਂ ਉਸ ਤੋਂ ਪਿੱਛੇ ਹਟਣਗੇ। ਪਰ ਇਹਦਾ ਪ੍ਰਭਾਵ ਉਲਟ ਜਾਂਦਾ ਹੈ ਕਿ ਇੱਕ ਵਾਰ ਕੋਈ ਪਰਚਾ ਦਰਜ ਕੀਤਾ, ਇੱਕ ਵਾਰ ਲਾਠੀ ਚਾਰਜ ਕੀਤਾ, ਇੱਕ ਵਾਰ ਥਾਣੇ ਵਿੱਚ ਡੱਕਿਆ, ਅਗਲੀ ਵਾਰ ਹੋਰ ਵੱਡੀ ਗਿਣਤੀ ਹੋ ਕੇ ਨਿਕਲ ਕੇ ਆਉਂਦੀ ਹੈ। ਤੇ ਜਿਹੜੀ 8 ਜੂਨ ਦੀ ਘਟਨਾ ਤੁਸੀਂ ਪਟਿਆਲੇ ਦੇ ਵਿੱਚ ਮੋਤੀ ਮਹਿਲ ਤੇ ਸਾਡੇ ਨਾਲ ਜਿਹੜਾ ਬੇਰੁਜ਼ਗਾਰ ਸਾਂਝੇ ਮੋਰਚੇ ਤੇ ਜ਼ਬਰ ਕੀਤਾ ਗਿਆ ਪੁਲਿਸ ਦਾ, ਦੇਖੋਗੇ 30 ਤਰੀਕ ਨੂੰ ਉਸ ਤੋਂ ਵੱਡੀ ਗਿਣਤੀ ਦੇ ਵਿੱਚ ਬੇਰੁਜ਼ਗਾਰਾਂ ਨੇ ਆਉਣ ਵਾਲੇ ਪਰਸੋਂ ਨੂੰ ਜਾਣਾ ਹੈ ਮੋਤੀ ਮਹਿਲ ਦਾ ਘਰਾਓ ਕਰਨ ਵਾਸਤੇ। ਬਈ ਪਰਚਿਆਂ ਦੀ ਗੱਲ ਕਰੀ ਹੈਗੀ, ਲੱਖਾ ਸਿੰਘ ਸਿਧਾਣਾ ਦੇ ਉੱਪਰ ਹੁਣ ਫੇਰ 4 ਪਰਚੇ ਹੋ ਗਏ ਆ। ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਉੱਪਰ ਇਹ ਦੋਸ਼ ਲਾਇਆ ਗਿਆ, ਇਲਜ਼ਾਮ ਲਗਾਏ ਗਏ ਆ ਕਿ ਇਹਨੇ ਕਿਸਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰੀ ਆ। ਇਕੱਲੇ ਲੱਖਾ ਸਿੰਘ ਸਿਧਾਣਾ ਦੇ ਉੱਪਰ ਨਹੀਂ, ਜਸ ਬਾਜਵੇ ਦੇ ਉੱਪਰ ਹੋਇਆ, ਸੋਨੀਆ ਮਾਨ ਦੇ ਉੱਪਰ ਹੋਇਆ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਉੱਪਰ ਹੋਇਆ, ਬਲਦੇਵ ਸਿੰਘ ਸਿਰਸਾ ਦੇ ਉੱਪਰ ਹੋਇਆ। ਅਜਿਹੇ ਹੋਰ ਕਿਸਾਨ ਆਗੂ ਨੇ ਜਿਨ੍ਹਾਂ ਦੇ ਉੱਪਰ ਪਰਚੇ ਹੋ ਗਏ ਨੇ। ਹਾਲਾਂਕਿ ਜਿਵੇਂ ਪਹਿਲਾਂ ਗੱਲ ਕਰੀਏ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਗਵਰਨਰ ਹਾਊਸ ਤੱਕ ਜਾਣਾ, ਆਪਣਾ ਜਿਹੜਾ ਮੰਗ ਪੱਤਰ ਆ, ਰੋਸ ਪੱਤਰ ਆ, ਉਹ ਦੇ ਕੇ ਆਉਣਾ। ਫਿਰ ਇਹ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸ਼ਬਦ ਹੈ, ਚੂੰਕਾਰ ਅਜਾ ਹਮ ਹੀਲ ਤੇ ਦਰਗਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਭਾਵੇਂ ਸਾਡਾ ਸੰਘਰਸ਼ ਹੈ ਜਿਹੜਾ ਅਜੇ ਸ਼ਾਂਤੀਪੂਰਵਕ ਚੱਲ ਰਿਹਾ ਹੈ, ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਵੀ ਕਹੀ ਹੈ ਕਿ ਜੇ ਜ਼ਬਰ ਕਰਨਾ ਪਾਪ ਹੈ ਤਾਂ ਜ਼ਬਰ ਸਹਿਣਾ ਵੀ ਪਾਪ ਹੈ। ਜੇ ਤੁਹਾਡਾ ਕੋਈ ਹੱਕ ਖੋਹ ਰਿਹਾ ਹੈ ਤਾਂ ਮਿੰਨਤਾਂ ਤਰਲਿਆਂ ਦੇ ਨਾਲ ਮੰਨਦਾ ਹੈ ਤਾਂ ਵਧੀਆ ਗੱਲ ਹੈ, ਨਹੀਂ ਤੁਹਾਡੇ ਹੱਥ ਤਲਵਾਰਾਂ ਦੇ ਮੁੱਠਿਆਂ ਤੇ ਵੀ ਜਾਣੇ ਚਾਹੀਦੇ ਹੈ। ਸਾਡਾ ਸਿੱਖ ਇਤਿਹਾਸ ਇਸ ਗੱਲ ਨੂੰ ਸੰਬੋਧਿਤ ਹੈ। 6 ਮਹੀਨਿਆਂ ਤੋਂ 8 ਮਹੀਨਿਆਂ ਤੋਂ ਲਗਾਤਾਰ ਸਾਡੇ ਕਿਸਾਨ ਸਾਥੀ, ਅਸੀਂ ਪੰਜਾਬ ਦੇ ਬੇਰੁਜ਼ਗਾਰ ਸ਼ਾਂਤਮਈ ਤਰੀਕੇ ਦੇ ਨਾਲ ਸੰਘਰਸ਼ ਕਰ ਰਹੇ ਨੇ। ਤੇ ਜੇਕਰ ਇਸ ਤਰੀਕੇ ਦੇ ਨਾਲ ਵੀ ਪਰਚੇ ਦਰਜ ਕਰਕੇ ਪਿਛਲੇ ਸਮਿਆਂ 'ਚ ਜਿਵੇਂ ਹੋਏ ਨੇ ਇਹ ਸੰਘਰਸ਼ ਥੰਮਿਆ ਜਾਂਦਾ ਹੁੰਦਾ, ਰੁਕਦਾ ਹੁੰਦਾ, ਤਾਂ ਅੱਜ ਨੂੰ ਇਹ ਸੰਘਰਸ਼ ਖਿੰਡ ਗਿਆ ਹੁੰਦਾ। ਹੁਣ ਵੀ ਜਿਹੜੇ ਪਰਚੇ ਦਰਜ ਚੰਡੀਗੜ੍ਹ ਦੇ ਵਿੱਚ ਕੀਤੇ ਆ, ਜਲ ਤੋਪਾਂ ਚਲਾਈਆਂ ਗਈਆਂ ਨੇ। ਜੇ ਕਿਤੇ ਸਰਕਾਰ ਇਸ ਗਲਤਫਹਿਮੀ ਦੇ ਵਿੱਚ ਹੋਵੇ ਕਿ ਪਰਚੇ ਦਰਜ ਕਰਕੇ ਇਹਨਾਂ ਨੂੰ ਰੋਕਿਆ ਜਾ ਸਕਦਾ, ਨਹੀਂ ਰੋਕਿਆ ਜਾਂਦਾ। ਜਿਹੜੇ ਮਰਜ਼ੀ ਲੋਕਾਂ ਤੇ ਪਰਚੇ ਦਰਜ ਕਰਨ, ਸਰਕਾਰ ਨੂੰ ਹੁੰਦਾ ਕਿ ਸ਼ਾਇਦ ਆਗੂਆਂ ਤੇ ਪਰਚੇ ਦਰਜ ਕਰਕੇ ਇਸ ਸੰਘਰਸ਼ ਨੂੰ ਖਿੰਡਾ ਦਿੱਤਾ ਜਾਊਗਾ, ਪਰੰਤੂ ਨਹੀਂ ਹੁੰਦਾ। ਉਸ ਦੇ ਉਲਟ ਵਾਪਰਦਾ। ਹੋਰ ਵੱਡੀ ਗਿਣਤੀ ਦੇ ਲੋਕ ਪੰਜਾਬ ਦੇ ਵਿੱਚ ਇਸ ਹਮਦਰਦੀ ਤੇ ਆਉਂਦੇ ਆ ਕਿ ਜਿਹੜੇ ਆਗੂ ਸਾਡੇ ਖਾਤਰ, ਸਾਡੇ ਪੰਜਾਬ ਦੇ ਲੋਕਾਂ ਖਾਤਰ, ਸਾਡੀ ਕਿਸਾਨੀ ਖਾਤਰ ਆਪਣੇ ਤੇ ਪਰਚੇ ਦਰਜ ਕਰਵਾ ਰਹੇ ਨੇ ਤਾਂ ਉਹਨਾਂ ਦੀ ਢਾਲ ਬਣ ਕੇ ਖੜ੍ਹਦੇ ਨੇ। ਤੁਸੀਂ ਦੇਖੋਗੇ ਜਿਹੜਾ ਹੁਣ ਪਿਛਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਕੁਚਲਣ ਵਾਸਤੇ ਪੰਜਾਬ ਦੇ ਜਦੋਂ ਰਾਜਪਾਲ ਭਵਨ ਨੂੰ ਜਾ ਰਹੇ ਸੀ ਚੰਡੀਗੜ੍ਹ ਦੇ ਵਿੱਚ ਪਰਚੇ ਦਰਜ ਹੋਏ ਨੇ, ਇਹਨਾਂ ਦਾ ਉਲਟਾ ਪ੍ਰਭਾਵ ਦੇਖਣ ਨੂੰ ਮਿਲਣਾ ਹੈ ਤੇ ਲੋਕ ਵੱਡੀਆਂ ਲਹਿਰਾਂ ਬਣ ਕੇ ਆਉਣਗੇ, ਵੱਡੀ ਗਿਣਤੀ ਦੇ ਵਿੱਚ ਜਾਣਗੇ। ਇਹ ਪਰਚੇ ਅਸਲ ਦੇ ਵਿੱਚ ਸੰਘਰਸ਼ ਕਰਨ ਵਾਲੇ ਲੋਕਾਂ ਦੇ ਜਿਹੜਾ ਮੋਢਿਆਂ ਤੇ ਲੱਗੇ ਤਮਗੇ ਹੁੰਦੇ ਨੇ, ਕਿਉਂਕਿ ਸਾਡਾ ਖੂਨ ਬਾਗੀ ਆ ਪੰਜਾਬ ਦਾ, ਲੋਕ ਬਾਗੀ ਨੇ। ਇੱਥੇ ਹਕੂਮਤਾਂ ਨਾਲ ਟੱਕਰ ਲੈਣ ਵਾਸਤੇ ਸਾਡੇ ਜਿਨ੍ਹਾਂ ਨੂੰ ਅਸੀਂ ਗੁਰੂ ਮੰਨਦੇ ਆ, ਜਿਨ੍ਹਾਂ ਨੂੰ ਅਸੀਂ ਆਪਣੇ ਆਦਰਸ਼ ਮੰਨਦੇ ਆ, ਉਹਨਾਂ ਦਾ ਜੀਵਨ ਵੀ ਇਹੀ ਰਿਹਾ ਹੋਇਆ ਕਿ ਉਹ ਹਮੇਸ਼ਾ ਮੌਕੇ ਦੀਆਂ ਹਕੂਮਤਾਂ ਦੇ ਨਾਲ ਟੱਕਰ ਲੈਣ ਵਾਲੇ ਰਹੇ ਨੇ। ਤੇ ਜੇਕਰ ਹਕੂਮਤ ਦੀਆਂ ਨਜ਼ਰਾਂ ਦੇ ਵਿੱਚ ਇਹ ਲੋਕ ਬਾਗੀ ਨੇ ਤਾਂ ਅਸੀਂ ਸਾਰੇ ਲੋਕ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ। ਅਸੀਂ ਮਾਣ ਸਮਝਦੇ ਹਾਂ ਕਿ ਪੰਜਾਬ ਦੀਆਂ ਜਾਂ ਭਾਰਤ ਦੀਆਂ ਸਰਕਾਰਾਂ ਪਰਚੇ ਦਰਜ ਕਰਕੇ ਆਪਣਾ ਜਿਹੜਾ ਇੱਕ ਰਸਤਾ ਅਖਤਿਆਰ ਕਰ ਰਹੀਆਂ ਨੇ, ਪਰੰਤੂ ਦੂਜੇ ਪਾਸੇ ਉਹ ਲੋਕਾਂ ਦੇ ਨਾਇਕ ਨੇ ਜਿਹੜੇ ਸੰਘਰਸ਼ ਕਰ ਰਹੇ ਨੇ। ਇਹ ਪਰਚੇ ਉਹਨਾਂ ਵਾਸਤੇ ਤਮਗੇ ਸਾਬਤ ਹੋਣਗੇ। ਬਈ ਜੇ ਗੱਲ ਕਰੀਏ ਤਾਂ ਹੁਣ ਬੇਰੁਜ਼ਗਾਰੀ ਵੱਲ ਆਉਣਾ। ਬੇਰੁਜ਼ਗਾਰੀ ਇੱਕ ਬੜੀ ਅਜਿਹੀ ਬਿਮਾਰੀ ਕਹਿ ਸਕਦੇ ਹਾਂ, ਬੜੀ ਵੱਡੀ ਬਿਮਾਰੀ ਕਹਿ ਸਕਦੇ ਹਾਂ ਬੇਰੁਜ਼ਗਾਰੀ ਹੈ ਜਿਹੜੀ। ਜਦੋਂ ਨੌਜਵਾਨ ਪੜ੍ਹ ਜਾਂਦਾ, ਨੌਜਵਾਨ ਪੜ੍ਹਨ ਤੋਂ ਬਾਅਦ ਉਹ ਬੇਰੁਜ਼ਗਾਰੀ ਵੱਲ ਜਾਂਦਾ, ਉਹ ਕਹਿੰਦਾ ਵੀ ਮੈਨੂੰ ਨੌਕਰੀ ਮਿਲੇ, ਘਰ ਘਰ ਰੁਜ਼ਗਾਰ ਦੇ ਵਾਅਦੇ ਆ ਉਹ ਫੇਲ ਹੋ ਜਾਂਦੇ ਹੈਗੇ। ਉਸ ਤੋਂ ਬਾਅਦ ਜਦੋਂ ਉਹਨੂੰ ਨੌਕਰੀ ਨਹੀਂ ਮਿਲਦੀ ਉਹ ਨਸ਼ਿਆਂ ਵੱਲ ਜਾਂਦਾ। ਉਸ ਤੋਂ ਬਾਅਦ ਉਹ ਅਜਿਹੀ ਦੁਨੀਆ ਦੇ ਵਿੱਚ ਪੈਰ ਧਰ ਦਿੰਦਾ ਜਿਵੇਂ ਪਿਛਲੇ ਦਿਨੀ ਜੈਪਾਲ ਭੁੱਲਰ ਦਾ ਐਨਕਾਊਂਟਰ ਹੋ ਜਾਂਦਾ। ਕੀ ਲੱਗਦਾ ਹੈਗਾ? ਸਰਕਾਰਾਂ ਦਾ ਅਸਲ ਦੇ ਵਿੱਚ ਤਰੀਕਾ ਹੀ ਇਹ ਹੈ ਕਿ ਪੰਜਾਬ ਦੀ ਜਾਂ ਭਾਰਤੀ ਨੌਜਵਾਨੀ ਨੂੰ ਕਿਵੇਂ ਆਪਣੇ ਹਿੱਤਾਂ ਲਈ ਵਰਤਿਆ ਜਾਵੇ। ਬੇਰੁਜ਼ਗਾਰੀ ਝੱਲਦੇ ਨੌਜਵਾਨ ਜਦੋਂ ਸਮਾਜ ਦੇ ਵਿੱਚ ਆਪਣੀ ਸਨਮਾਨਯੋਗ ਜ਼ਿੰਦਗੀ ਨਹੀਂ ਪਾਉਂਦੇ, ਆਪਣੇ ਰੁਤਬੇ ਅਹੁਦੇ ਨਹੀਂ ਹਾਸਲ ਕਰ ਸਕਦੇ, ਤਾਂ ਉਹਨਾਂ ਨੂੰ ਇੱਕ ਤਰੀਕਾ ਅਜਿਹਾ ਦਿਖਾਇਆ ਜਾਂਦਾ ਹੈ
ਕਿ ਤੁਸੀਂ ਦਿਨਾਂ ਦੇ ਵਿੱਚ ਅਮੀਰ ਹੋਵੋਗੇ, ਤੁਹਾਡੀ ਜਿਹੜੀ ਕੰਗਾਲੀ ਆ ਉਹ ਚੱਕੀ ਜਾਣੀ ਹੈ। ਇਹਦੇ ਵਾਸਤੇ ਰਸਤੇ ਬਚਦੇ ਆ। ਤੁਸੀਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਜਿਹੜਾ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਜਿੰਦਾਬਾਦ ਕਰਦੇ ਰਹੋ, ਤੁਸੀਂ ਉਹਨਾਂ ਦੀ ਸਮਗਲਿੰਗ ਕਰਦੇ ਰਹੋ, ਤੁਸੀਂ ਉਹਨਾਂ ਦੇ ਨਸ਼ੇ ਵੇਚਦੇ ਰਹੋ, ਤੁਸੀਂ ਉਹਨਾਂ ਦੀ ਹੱਥ ਠੋਕੇ ਬਣ ਕੇ ਬੂਥ ਕੈਪਚਰਿੰਗ ਕਰਦੇ ਰਹੋ, ਤੁਸੀਂ ਉਹਨਾਂ ਦੇ ਇਸ਼ਾਰਿਆਂ ਤੇ ਚੱਲਦੇ ਰਹੋ। ਜਦੋਂ ਨੌਜਵਾਨੀ ਜਿਹੜੀ ਕਿਤੇ ਨਾ ਕਿਤੇ ਬੇਸਮਝ ਹੁੰਦੀ ਹੈ, ਇਹ ਰਸਤਾ ਚੁਣਦੀ ਹੈ ਤੇ ਉਹਨਾਂ ਦੇ ਆਖਰੀ ਹਾਲਾਤ ਅਜਿਹੇ ਹੁੰਦੇ ਆ ਜਿਵੇਂ ਜੈਪਾਲ ਭੁੱਲਰ ਦੇ ਹੋਇਆ ਜਾਂ ਅਨੇਕਾਂ ਹੋਰ ਪੰਜਾਬ ਦੇ ਖਿਡਾਰੀਆਂ ਦੇ ਹੋਇਆ ਪਿਛਲੇ ਸਮਿਆਂ ਦੇ ਵਿੱਚ। ਪਰੰਤੂ ਹਾਲਾਤ ਬਦਲ ਰਹੇ ਨੇ। ਸਾਡੇ ਕਿਸਾਨੀ ਸੰਘਰਸ਼ ਨੇ ਇਹ ਹਾਲਾਤ ਬਦਲੇ ਹੈ। ਅਸੀਂ 12-15 ਸਾਲ ਤੋਂ ਲੈ ਕੇ ਇਸ ਗੱਲ ਵਾਸਤੇ ਯਤਨਸ਼ੀਲ ਆ। ਵੱਡੀ ਗਿਣਤੀ ਦੇ ਵਿੱਚ ਲੋਕ ਇਸ ਗੱਲ ਤੋਂ ਸਮਝ ਰਹੇ ਨੇ। ਨੌਜਵਾਨ ਅੱਜ ਇਹਨਾਂ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਨਾ ਸਿੱਖੇ ਨੇ, ਇਹਨਾਂ ਨੂੰ ਘੇਰਨਾ ਸਿੱਖੇ, ਇਹਨਾਂ ਨੂੰ ਪੁੱਛਣਾ ਜਿਹੜਾ ਉਹਨਾਂ ਨੇ ਸਿੱਖਿਆ ਹੈਗਾ ਕਿ ਸਾਡਾ ਹਿੱਸਾ ਕਿੱਥੇ ਆ, ਸਾਡਾ ਰੁਜ਼ਗਾਰ ਕਿੱਥੇ ਹੈ, ਸਾਡੀ ਨੌਕਰੀ ਕਿੱਥੇ ਆ, ਸਾਡਾ ਬੇਰੁਜ਼ਗਾਰੀ ਭੱਤਾ ਕਿੱਥੇ ਹੈ। ਵੱਡੀ ਗਿਣਤੀ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਦੇਖਿਆ ਇਸ ਗੱਲ ਤੇ ਕੰਪੇਨ ਚੱਲ ਰਹੀ ਹੈ ਕਿ ਇਹਨਾਂ ਭਾਵੇਂ ਭਾਜਪਾ ਦੇ ਆਗੂ ਨੇ, ਭਾਵੇਂ ਰੂਲਿੰਗ ਪਾਰਟੀ ਕਾਂਗਰਸ ਪਾਰਟੀ ਦੇ ਨੇ, ਉਹਨਾਂ ਨੂੰ ਘੇਰ ਕੇ ਸਵਾਲ ਪੁੱਛੇ ਜਾਂਦੇ ਆ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਕਿੱਥੇ ਆ ਤੇ 73 ਸਾਲਾਂ ਦੇ ਵਿੱਚ ਜਿਹੜੀ ਸਾਡੀ ਅੱਜ ਦੀ ਜ਼ਿੰਦਗੀ ਹੈ, ਜਿਹੜੀ ਬਦਤਰ ਹਾਲਤ ਹੈ ਭਾਰਤ ਦੀ ਜਾਂ ਪੰਜਾਬ ਦੀ ਜਾਂ ਨੌਜਵਾਨਾਂ ਦੀ ਜਾਂ ਕਿਸਾਨੀ ਦੀ, ਇਹਦੇ ਜ਼ਿੰਮੇਵਾਰ ਤੁਸੀਂ ਹੋ ਹੁਣ ਤੱਕ ਜਿਹੜੇ ਸੱਤਾ 'ਤੇ ਕਾਬਜ਼ ਰਹੇ ਹੋ। ਇਸ ਕਰਕੇ ਨੌਜਵਾਨੀ ਉਧਰੋਂ ਮੁੜ ਰਹੀ ਹੈ ਆਪਣੇ ਹੱਕਾਂ ਲਈ, ਆਪਣੇ ਸੰਘਰਸ਼ ਲਈ। ਤੁਸੀਂ ਦੇਖਿਆ ਜਿਹੜੇ ਗਾਇਕ ਲੱਚਰ ਗਾਇਕੀ ਗਾਉਂਦੇ ਸੀ, ਜਿਹੜੇ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਹੋਰ ਨੌਜਵਾਨੀ ਨੂੰ ਗੁੰਮਰਾਹ ਕਰਦੇ ਸੀ, ਉਹ ਸਾਰੇ ਅੱਜ ਇਸੇ ਪਲੇਟਫਾਰਮ 'ਤੇ ਆ ਕੇ ਇਸ ਸੰਘਰਸ਼ ਦੇ ਸੋਹਲੇ ਗਾ ਰਹੇ ਨੇ। ਗੀਤ ਵੀ ਉੱਦਾਂ ਦੇ ਗਾਏ ਜਾ ਰਹੇ ਆ, ਗੀਤ ਲਿਖੇ ਵੀ ਉੱਦਾਂ ਦੇ ਜਾ ਰਹੇ ਨੇ। ਪੰਜਾਬ ਦੇ ਭਾਰਤ ਦੇ ਵਿੱਚ ਇਹ ਇਤਿਹਾਸ ਨਵਾਂ ਬਣਨ ਜਾ ਰਿਹਾ ਤੇ ਇਸੇ ਤਰੀਕੇ ਦੇ ਨਾਲ ਨੌਜਵਾਨੀ ਦੇ ਵਿੱਚ ਜਿਹੜੀ ਨੌਜਵਾਨੀ ਇਹਨਾਂ ਦੇ ਤਲੇ ਚੱਟਦੀ ਸੀ, ਅੱਜ ਉਹੀ ਨੌਜਵਾਨੀ ਇਹਨਾਂ ਵਾਸਤੇ ਜੁੱਤੀਆਂ ਲਈ ਬੈਠੀ ਹੈ, ਇਹਨਾਂ ਲਈ ਜੁੱਤੀਆਂ ਦੇ ਹਾਰ ਲਈ ਬੈਠੀ ਹੈ, ਇਹਨਾਂ ਦੇ ਮੂੰਹ ਕਾਲੇ ਕਰਨ ਲਈ ਤਿਆਰ ਬੈਠੀ ਹੈ। ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਤੋਂ ਪੀੜਤ ਨੌਜਵਾਨੀ ਆਪਣੇ ਦਰਵਾਜ਼ਿਆਂ ਤੇ ਲਿਖੀ ਬੈਠੀ ਹੈ ਕਿ ਕੋਈ ਵੀ ਕਾਂਗਰਸੀ ਉਮੀਦਵਾਰ ਸਾਡੇ ਘਰੇ ਨਾ ਵੜੇ, ਸਾਡੇ ਘਰੇ ਵੋਟ ਮੰਗਣ ਨਾ ਆਵੇ। ਜਿਹੜੇ ਤਰੀਕੇ ਦੇ ਨਾਲ ਸਾਡਾ ਸਵਾਗਤ ਪਟਿਆਲੇ ਜਾਂ ਮੋਤੀ ਮਹਿਲ ਅੱਗੇ ਜਾਂ ਸੰਗਰੂਰ ਦੇ ਵਿੱਚ ਕੀਤਾ ਜਾਂਦਾ ਹੈਗਾ, ਉਸੇ ਤਰੀਕੇ ਦੇ ਨਾਲ ਅਸੀਂ ਸਵਾਗਤ ਕਰਾਂਗੇ। ਸਿੱਧੀ ਚੇਤਾਵਨੀ ਪੰਜਾਬ ਦੇ ਨੌਜਵਾਨਾਂ ਵੱਲੋਂ ਕਾਂਗਰਸ ਪਾਰਟੀ ਭਾਜਪਾ ਨੂੰ ਜਾਂ ਉਹਨਾਂ ਵੋਟ ਪਟੋਰੂ ਟੋਲਿਆਂ ਨੂੰ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਨੌਜਵਾਨੀ ਮੁੜ ਰਹੀ ਹੈ। ਬੜੀ ਖੁਸ਼ੀ ਦੀ ਗੱਲ ਹੈ, ਪੰਜਾਬ ਦਾ ਭਵਿੱਖ ਇਸ ਗੱਲ ਤੋਂ ਸੁਹਾਵਣਾ ਨਜ਼ਰ ਆ ਰਿਹਾ ਹੈ। ਬਈ ਬੜੀ ਕਿਹਾ ਗਾ ਕਿ ਨੌਜਵਾਨੀ ਇਸ ਵੱਲ ਨੂੰ ਮੁੜ ਰਹੀ ਆ। ਕਈ ਲੀਡਰਾਂ ਨੂੰ ਅਸੀਂ ਆਪਣਾ ਇੱਕ ਨਾਇਕ ਸਮਝ ਕੇ ਵੋਟਾਂ ਪਾਈਆਂ ਵੀ ਉਹਨਾਂ ਤੋਂ ਸਾਨੂੰ ਕੋਈ ਆਸ ਸੀਗੀ ਵੀ ਉਹ ਸਾਡੇ ਲਈ ਕੁਛ ਨਾ ਕੁਛ ਕਰਨਗੇ, ਪਰ ਉਹ ਵੀ ਉਸੇ ਭਾਂਡੇ ਪਾ ਕੇ ਸੰਡੇ ਗਏ। ਉਹਨਾਂ ਨੂੰ ਕੀ ਜਵਾਬ ਦਿਓਗੇ ਫਿਰ? ਸਰਦਾਰ ਭਗਤ ਸਿੰਘ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਇੱਥੋਂ ਗੋਰੇ ਚਲੇ ਜਾਣਗੇ, ਕਾਲੇ ਆਉਣਗੇ। ਸਿਰਫ ਬੰਦਿਆਂ ਦੀ ਬਦਲੀ ਹੋਣੀ ਹੈ, ਨਿਯਮਾਂ ਦੀ ਬਦਲੀ ਨਹੀਂ ਹੋਣੀ। ਸਾਰਾ ਕੁਝ ਉਹੀ ਲਾਗੂ ਰਹਿਣਾ ਹੈ। ਇਸੇ ਤਰੀਕੇ ਦੇ ਨਾਲ ਜਦੋਂ ਭਾਰਤ ਦੇ ਵਿੱਚ ਕਹਿਣ ਨੂੰ ਆਜ਼ਾਦੀ ਆਈ ਹੈ 1947 ਦੇ ਵਿੱਚ, ਅਸਲ ਦੇ ਵਿੱਚ ਸੱਤਾ ਤਬਦੀਲੀ ਹੋਈ ਹੈ। ਕੋਈ ਆਜ਼ਾਦੀ ਨਹੀਂ ਆਈ, ਸੱਤਾ ਤਬਦੀਲੀ ਹੋਈ ਹੈ। ਅੰਗਰੇਜ਼ ਚਲੇ ਗਏ, ਗੋਰੇ ਚਲੇ ਗਏ ਤੇ ਕਾਲੇ ਆ ਕੇ ਉਹਨਾਂ ਦੀਆਂ ਨੀਤੀਆਂ ਲੈ ਕੇ ਫਿਰ ਸੱਤਾ 'ਤੇ ਬੈਠੇ ਹੈ। 1947 ਤੋਂ 73 ਸਾਲਾਂ ਦੇ ਵਿੱਚ ਬਦਲ ਕੇ ਕੁਝ ਵਾਪਰ ਰਿਹਾ ਹੈ। ਤਾਂ ਸਾਡੇ ਪਿਛਲੇ ਸਮਿਆਂ ਦੇ ਵਿੱਚ ਕੁਝ ਕੁ ਲੱਗਿਆ ਪੰਜਾਬ ਦੇ ਭਾਰਤ ਦੇ ਲੋਕਾਂ ਨੂੰ ਵੀ ਕਿ ਸ਼ਾਇਦ ਜੇ ਫਲਾਨੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਦਈਏ, ਫਲਾਨੇ ਵਿਅਕਤੀ ਨੂੰ ਵੋਟਾਂ ਪਾ ਦਈਏ, ਸ਼ਾਇਦ ਸਾਡਾ ਭਵਿੱਖ ਸੰਵਰ ਜੇ। ਤੇ ਜਦੋਂ ਉਹਦੀ ਸੱਚਾਈ ਸਾਹਮਣੇ ਆਈ ਹੈ ਤਾਂ ਉਹਨਾਂ ਲੋਕਾਂ ਨੂੰ ਵੋਟਰਾਂ ਨੇ ਆਪਣੇ ਜੁੱਤੇ ਲਾ ਕੇ ਉਹਨਾਂ ਦੇ ਮਗਰ ਪਏ ਨੇ। ਤਾਂ ਇਸ ਤੋਂ ਇਹ ਗੱਲ ਸਾਬਤ ਹੁੰਦੀ ਹੈ ਕਿ ਇਸ ਸਿਸਟਮ ਦੇ ਵਿੱਚ ਅਸਲ ਦੇ ਵਿੱਚ ਸੱਤਾ ਤਬਦੀਲੀ ਦੇ ਵਿੱਚ ਨਹੀਂ, ਸਿਸਟਮ ਦੀ ਲੋੜ ਹੈ ਕਿ ਸਿਸਟਮ ਦੇ ਵਿੱਚ ਤਬਦੀਲੀ ਕੀਤੀ ਜਾਵੇ। ਕਿਸੇ ਸਮਿਆਂ ਦੇ ਵਿੱਚ ਜਗੀਰੂ ਪ੍ਰਥਾ ਰਹੀ ਹੈ, ਕਿਸੇ ਸਮਿਆਂ ਦੇ ਵਿੱਚ ਗੁਲਾਮਦਾਰੀ ਪ੍ਰਥਾ ਰਹੀ ਹੈ, ਕਿਸੇ ਸਮੇਂ ਦੇ ਵਿੱਚ ਡਿਕਟੇਟਰਸ਼ਿਪ ਰਹੀ ਹੈ। ਜਿਹੜੀ ਲੋਕਤੰਤਰ ਹੈ ਅਸਲ ਦੇ ਵਿੱਚ ਲੋਕਤੰਤਰ ਨੂੰ ਅੱਜ ਵੀ ਡਿਕਟੇਟਰਸ਼ਿਪ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ। ਉਹਦੀ ਜ਼ਮੀਰ ਜਿਹੜੀ ਖਤਮ ਹੋ ਚੁੱਕੀ ਹੈ, ਉਹਦੀ ਆਤਮਾ ਮਾਰ ਦਿੱਤੀ ਗਈ ਹੈ। ਅੱਜ ਪੂਰੀ ਤਰ੍ਹਾਂ ਭਾਰਤ ਦੇ ਵਿੱਚ ਫਾਸ਼ੀਵਾਦੀ ਹਮਲੇ ਹੋ ਰਹੇ ਨੇ। ਭਾਜਪਾ ਆਪਣਾ ਪੂਰੀ ਤਰ੍ਹਾਂ ਜ਼ਬਰ ਦੇ ਰਾਹ 'ਤੇ ਤੁਰੀ ਹੋਈ ਹੈ। ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਨੌਜਵਾਨਾਂ ਦਾ ਮੂੰਹ ਬੰਦ ਕਰਨ 'ਤੇ ਤੁਰੀ ਹੋਈ ਹੈ। ਲੋਕਤੰਤਰ ਦੀ ਆੜ ਦੇ ਵਿੱਚ ਆਪਣੀ ਡਿਕਟੇਟਰਸ਼ਿਪ ਚਲਾਈ ਜਾ ਰਹੀ ਹੈ ਤੇ ਇਸ ਕਰਕੇ ਜਦੋਂ ਤੱਕ ਇਸੇ ਤਰੀਕੇ ਦਾ ਲੋਕਤੰਤਰ ਰਹੂਗਾ ਤਾਂ ਪੰਜਾਬ ਦੇ ਲੋਕਾਂ ਦਾ, ਭਾਰਤ ਦੇ ਲੋਕਾਂ ਦਾ ਭਲਾ ਨਹੀਂ ਹੋਣਾ। ਜਦੋਂ ਤੱਕ ਸੱਚੀ ਮੁੱਚੀ ਜੇਕਰ ਕੋਈ ਲੋਕਤੰਤਰ ਲਾਗੂ ਹੁੰਦਾ ਹੈ, ਸ਼ਾਇਦ ਕੋਈ ਭਾਰਤ ਪੰਜਾਬ ਦਾ ਭਲਾ ਹੋਵੇ। ਨਹੀਂ, ਇਸ ਸਿਸਟਮ ਦੀ ਤਬਦੀਲੀ ਲੋੜ ਹੈ, ਸੱਤਾ ਤਬਦੀਲੀ ਦੀ ਨਾਲ ਇਹ ਮਸਲਾ ਹੱਲ ਨਹੀਂ ਹੋਣ ਵਾਲਾ। ਜੀ, ਫਤਿਹ ਜੰਗ ਬਾਜਵਾ ਦਾ ਇੱਕ ਬੜਾ ਵੱਡਾ ਸਵਾਲ ਸੀ, ਬੜਾ ਵੱਡਾ ਸਵਾਲ ਖੜਾ ਹੁੰਦਾ। ਪਿਛਲੇ ਦਿਨੀ 2 MLA ਆ ਜਿਹੜੇ ਉਹਨਾਂ ਦੇ ਮੁੰਡਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਜਾਂਦੀਆਂ ਨੇ। ਫਤਿਹ ਜੰਗ ਬਾਜਵਾ ਦਾ ਮੁੰਡਾ ਕਹਿੰਦਾ ਹੈਗਾ ਕਿ ਮੈਂ ਅਜਿਹੀਆਂ ਨੌਕਰੀਆਂ 1000 ਵਾਰ ਤਿਆਗਣ ਨੂੰ ਤਿਆਰ ਹਾਂ। ਕੀ ਲੱਗਦਾ ਉਹ ਆਪਣੇ ਆਪ ਤਿਆਗੀ ਗਈ ਆ ਕਿ ਬੇਰੁਜ਼ਗਾਰਾਂ ਦਾ ਕੋਈ ਉਹਦੇ 'ਤੇ? ਅਸਲ ਦੇ ਵਿੱਚ ਸਭ ਤੋਂ ਵੱਡੀ ਮੁਹਿੰਮ ਉਹਦੇ ਵਿੱਚ ਬੇਰੁਜ਼ਗਾਰਾਂ ਨੇ ਚਲਾਈ ਹੈ ਕਿ ਘਰ ਰੁਜ਼ਗਾਰ ਤੋਂ ਮਤਲਬ ਕਾਂਗਰਸੀ ਵਿਧਾਇਕਾਂ ਦੇ ਘਰਾਂ ਵਿੱਚ ਰੁਜ਼ਗਾਰ ਤੋਂ ਨਹੀਂ ਸੀ।
ਜਿਹੜੇ ਪੰਜਾਬ ਦੇ ਲੋੜਵੰਦ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਵਾਸਤੇ ਸੀ। ਜਿੰਨੀ ਉਹਨਾਂ ਕੋਲ ਪ੍ਰਾਪਰਟੀ ਹੈ, ਜਿੰਨੀਆਂ ਉਹਨਾਂ ਕੋਲ ਸੁੱਖ ਸਹੂਲਤਾਂ ਨੇ, ਜਿੰਨੇ ਉਹਨਾਂ ਕੋਲ ਸਾਧਨ ਹੈ, ਉਹਨਾਂ ਨੂੰ ਇਹਨਾਂ ਨੌਕਰੀਆਂ ਦੀ ਲੋੜ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਬੇਰੁਜ਼ਗਾਰਾਂ ਨੂੰ ਲੋੜ ਹੈ। ਜੇਕਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪਰਿਵਾਰ ਪੀੜਤ ਵੀ ਹੈ ਤਾਂ ਉਸ ਦੇ ਬਰਾਬਰ ਅਨੇਕਾਂ ਲੋਕ ਹੋਰ ਪੰਜਾਬ ਦੇ ਵਿੱਚ ਪੀੜਤ ਨੇ, ਫਿਰ ਉਹਨਾਂ ਨੂੰ ਰੁਜ਼ਗਾਰ ਕਿਉਂ ਨਹੀਂ ਹੈ, ਉਹਨਾਂ ਨੂੰ ਨੌਕਰੀ ਕਿਉਂ ਨਹੀਂ ਹੈ। ਅਨੇਕਾਂ ਇੱਥੇ ਲਾਸ਼ਾਂ ਦਾ ਪਤਾ ਨਹੀਂ ਲੱਗਿਆ, ਆ ਜਿਹੜੀਆਂ ਬੇਪਛਾਣ ਲਾਸ਼ਾਂ ਕਹਿ ਕੇ ਪੰਜਾਬ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਜਲਾ ਦਿੱਤੀਆਂ ਗਈਆਂ ਤੇ ਉਹਨਾਂ ਲਾਸ਼ਾਂ ਦੀ ਸ਼ਨਾਖਤ ਕਰਨ ਵਾਲਿਆਂ ਨੂੰ ਦੋ ਫਾੜ ਕਰਕੇ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਅਨੇਕਾਂ ਨੌਜਵਾਨ, ਅਨੇਕਾਂ ਪੰਜਾਬ ਦੇ ਲੋਕ ਅਜੇ ਤੱਕ ਪਤਾ ਨਹੀਂ ਕਿ ਜਿਉਂਦੇ ਹੈ ਕਿ ਮਰੇ ਹੈ, ਭਾਵੇਂ ਕਿਸੇ ਮਰਜ਼ੀ ਧਿਰ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ, ਤੇ ਉਹਨਾਂ ਦੇ ਹਿੱਸੇ ਰੁਜ਼ਗਾਰ ਕਿਉਂ ਨਹੀਂ ਹੈ, ਨੌਕਰੀ ਕਿਉਂ ਨਹੀਂ ਹੈ। ਸਾਡੇ ਪੰਜਾਬ ਦੇ, ਭਾਰਤ ਦੇ, ਖਾਸ ਕਰਕੇ ਪੰਜਾਬ ਦੇ ਨੌਜਵਾਨ ਸਰਹੱਦਾਂ 'ਤੇ ਸ਼ਹੀਦ ਹੁੰਦੇ ਹੈ, ਉਹਨਾਂ ਦੇ ਬੱਚਿਆਂ ਦੇ ਹਿੱਸੇ ਵਿੱਚ ਰੁਜ਼ਗਾਰ ਕਿਉਂ ਨਹੀਂ ਹੈ। ਸਵਾਲ ਤਾਂ ਇਹ ਖੜਾ ਸੀ। ਤੇ ਜਦੋਂ ਲੋਕਾਂ ਨੇ ਇਸ ਗੱਲ 'ਤੇ ਛਿੱਤਰ ਮਾਰੇ ਹੈ, ਜਦੋਂ ਬੇਰੁਜ਼ਗਾਰਾਂ ਨੇ ਇਸ ਗੱਲ ਦੀ ਕੰਪੇਨ ਚਲਾਈ ਹੈ, ਤਾਂ ਉਹਨਾਂ ਨੇ ਜਿਹੜਾ ਅਸਤੀਫੇ ਦੇਣ ਵਾਲੀ ਜਾਂ ਉਸ ਨੌਕਰੀ ਨੂੰ ਅਪਰਵਾਨ ਕਰਨ ਵਾਲੀ ਗੱਲ ਜਿਹੜੀ ਮੀਡੀਆ 'ਚ ਲੈ ਕੇ ਆਂਦੀ ਹੈ, ਅਸਲ ਦੇ ਵਿੱਚ ਉਹਨਾਂ ਨੇ ਆਪਣੀ ਸਵੈਇੱਛਾ ਦੇ ਨਾਲ ਨਹੀਂ ਦਿੱਤੀ। ਜਦੋਂ ਉਹਨਾਂ ਦਾ ਜਲੂਸ ਰਾਸ਼ਟਰੀ ਪੱਧਰ 'ਤੇ ਉੱਠਿਆ, ਕੇਂਦਰ ਤੱਕ, ਕਾਂਗਰਸ ਤੱਕ ਗੱਲ ਗਈ ਹੈ ਕਿ ਪੰਜਾਬ ਦੇ ਨੌਜਵਾਨ ਟੈਂਕੀਆਂ 'ਤੇ ਚੜੇ ਬੈਠੇ ਨੇ, ਜਿਨ੍ਹਾਂ ਨੂੰ ਨੌਕਰੀ ਦੀ ਲੋੜ ਆ, ਉਹ ਵੀ ਤਰਸ ਦੇ ਆਧਾਰ 'ਤੇ ਨਹੀਂ ਮੰਗਦੇ, ਯੋਗਤਾ ਦੇ ਆਧਾਰ 'ਤੇ ਨੌਕਰੀ ਮੰਗਦੇ ਆ। ਤੇ ਇਹਨਾਂ ਨੂੰ ਤੁਸੀਂ ਤਰਸ ਦੇ ਆਧਾਰ 'ਤੇ ਨੌਕਰੀਆਂ ਦੇ ਰਹੇ ਹੋ। ਜੇ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਤਾਂ ਹੋਰ ਵੀ ਅਨੇਕਾਂ ਨੌਜਵਾਨ ਆ, ਉਹਨਾਂ ਨੂੰ ਕਿਉਂ ਨਹੀਂ? ਅਸਲ ਦੇ ਵਿੱਚ ਤਾਂ ਕਰਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਐਦਾਂ ਦੀ ਗੱਲ ਨਹੀਂ ਕਿ ਉਹ ਕੋਈ ਇਸ ਗੱਲ 'ਤੇ ਉਹਨਾਂ ਨੇ ਸੈਕਰੀਫਾਈ ਕੀਤਾ, ਉਹ ਲੋਕਾਂ ਦੇ ਛਿੱਤਰਾਂ ਤੋਂ ਡਰਦਿਆਂ ਨੇ ਜਿਹੜਾ ਇਸ ਗੱਲ ਤੋਂ ਅਸਤੀਫਾ ਦਿੱਤਾ, ਇਸ ਗੱਲ ਤੋਂ ਜਿਹੜਾ ਅਸਹਿਮਤੀ ਪ੍ਰਗਟਾਈ ਹੈ। ਜੀ ਬਈ, ਜਾਂਦੇ ਜਾਂਦੇ ਕੀ ਕਹਿ ਕੇ ਜਾਓਗੇ? ਇੱਕ ਬੜੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਬੇਰੁਜ਼ਗਾਰੀ ਆਖਰ ਸੜਕਾਂ 'ਤੇ ਕਿਉਂ, ਅਧਿਆਪਕ ਆਖਰ ਸੜਕਾਂ 'ਤੇ ਕਿਉਂ, ਸਟੂਡੈਂਟ ਆਖਰ ਸੜਕਾਂ 'ਤੇ ਕਿਉਂ? ਇਹ ਬੜੇ ਵੱਡੇ ਸਵਾਲ ਨੇ, ਖੜੇ ਹੋ ਜਾਂਦੇ ਨੇ। ਜਾਂਦੇ ਜਾਂਦੇ ਕੀ ਕਹਿ ਕੇ ਜਾਓਗੇ? ਸਾਡੀ ਬੇਨਤੀ ਇਹੀ ਹੈ ਕਿ ਜਿਉਣ ਲਈ ਲੜਨਾ ਚਾਹੀਦਾ, ਜਿਉਣ ਲਈ ਮਰਨਾ ਨਹੀਂ। ਲੜਾਈ ਹੱਕ, ਸੱਚ, ਇਨਸਾਫ ਦੀ, ਆਪਣੀ ਤੁਹਾਡੀ ਹੋਂਦ ਦੀ ਲੜਾਈ ਹੈ। ਇੱਥੇ ਕਿਸਾਨੀ ਦੀ ਲੜਾਈ ਚੱਲ ਰਹੀ ਹੈ, ਜਵਾਨੀ ਦੀ ਲੜਾਈ ਚੱਲ ਰਹੀ ਹੈ। ਕਿਸਾਨੀ ਲਈ ਦਿੱਲੀ ਦੇ ਵਿੱਚ ਸਾਡੇ ਸਾਥੀ ਮੋਰਚਾ ਲਾ ਕੇ ਬੈਠੇ ਨੇ, ਜਵਾਨੀ ਦੇ ਲਈ ਪੰਜਾਬ ਦੇ ਸਾਰੇ ਬੇਰੁਜ਼ਗਾਰਾਂ ਨੂੰ ਸੱਦਾ ਦੇ ਕੇ ਸੰਗਰੂਰ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ। ਅਨੇਕਾਂ ਵਾਰ ਮੋਤੀ ਮਹਿਲ ਜਾ ਕੇ ਪ੍ਰਦਰਸ਼ਨ ਕੀਤਾ ਹੈ। ਇਸ ਗੱਲ ਦੀ ਅਪੀਲ ਨਾਲ ਦੇ ਨਾਲ ਬੇਰੁਜ਼ਗਾਰਾਂ ਨੂੰ ਕੀਤੀ ਹੈ ਕਿ ਅਸੀਂ ਨਸ਼ਿਆਂ ਦੇ ਆਦੀ ਨਹੀਂ ਹੋਣਾ, ਅਸੀਂ ਇਹਨਾਂ ਦੇ ਹੱਥ ਠੋਕ ਕੇ ਨਹੀਂ ਬਣਨਾ, ਅਸੀਂ ਆਪਣੇ ਜ਼ਿੰਦਗੀ ਖਤਮ ਨਹੀਂ ਕਰਨੀ, ਅਸੀਂ ਜ਼ਿੰਦਗੀ ਤੋਂ ਨਿਰਾਸ਼ ਨਹੀਂ ਹੋਣਾ। ਸੁਨਹਿਰੀ ਜ਼ਿੰਦਗੀ ਜਿਉਣ ਲਈ, ਆਪਣਾ ਰੁਜ਼ਗਾਰ ਪਾਉਣ ਲਈ ਅਸੀਂ ਲੜਨਾ ਹੈ। ਤੇ 30 ਤਰੀਕ ਨੂੰ ਅਸੀਂ ਫਿਰ ਮੋਤੀ ਮਹਿਲ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਅਨੇਕਾਂ ਵਾਰ ਭਿਆਨਕ ਲਾਠੀਚਾਰਜ ਕਰਕੇ ਕਿ ਬੇਰੁਜ਼ਗਾਰਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਇੱਥੋਂ ਦਾ ਜਿਹੜਾ ਸੰਵਿਧਾਨ ਕਹਿੰਦਾ ਕਿ ਤੁਸੀਂ ਸਿਸਟੇਮੈਟਿਕ ਢੰਗ ਦੇ ਨਾਲ ਪਹਿਲਾਂ ਇੱਥੋਂ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਤੱਕ ਆਪਣੀ ਬੇਨਤੀ ਪਹੁੰਚਾਓ, ਇੱਥੋਂ ਦੇ ਵਿਧਾਇਕਾਂ ਰਾਹੀਂ ਆਪਣੀ ਬੇਨਤੀ ਸਰਕਾਰ ਤੱਕ ਪਹੁੰਚਾਓ। ਅਸੀਂ ਕੰਪੇਨ ਚਲਾਈ ਹੋਈ ਹੈ, ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦੇ ਰਹੇ ਹਾਂ, ਰੂਲਿੰਗ ਪਾਰਟੀ ਦੇ ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਦੇ ਰਹੇ ਹਾਂ, ਖਾਸ ਕਰਕੇ ਯੂਥ ਵਾਲਿਆਂ ਨੂੰ। ਅਸੀਂ ਦਲਵੀਰ ਗੋਲਡੀ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਦਾਮਨ ਸਿੰਘ ਬਾਜਵਾ ਨੂੰ ਦੇ ਚੁੱਕੇ ਹਾਂ, ਜੀਰੇ ਨੂੰ ਦੇ ਚੁੱਕੇ ਹਾਂ, ਅਸੀਂ ਘੁਬਾਇਆ ਨੂੰ ਦੇ ਚੁੱਕੇ ਹਾਂ। ਅਨੇਕਾਂ ਹੋਰ ਜਿਹੜੇ ਨੌਜਵਾਨ ਪੰਜਾਬ ਦੇ ਵਿੱਚ ਯੂਥ MLAs ਨੇ, ਉਹਨਾਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਤੇ ਕੰਪੇਨ ਚੱਲ ਰਹੀ ਹੈ। 2 ਦਿਨਾਂ ਦੇ ਵਿੱਚ ਇਸ ਦੀ ਜਿਹੜੀ ਕੰਪੇਨ ਹੈ ਕੰਪਲੀਟ ਹੋਣੀ ਹੈ। ਦੱਸ ਕੇ ਪੰਜਾਬ ਦੇ ਵਿਧਾਇਕਾਂ ਨੂੰ ਕਿ ਜੇਕਰ ਤੁਹਾਨੂੰ ਅਜੇ ਤੱਕ ਵੀ ਤੁਹਾਡੀ ਜਾਗ ਨਹੀਂ ਖੁੱਲੀ, ਨੌਜਵਾਨੀ ਜਿਹੜੀ ਸੜਕਾਂ 'ਤੇ ਫਿਰਦੀ ਹੈ, ਕਦੇ ਪਟਿਆਲੇ ਦੇ ਵਿੱਚ, ਕਦੇ ਸੰਗਰੂਰ ਦੇ ਵਿੱਚ, ਕਦੇ ਚੰਡੀਗੜ੍ਹ ਦੇ ਵਿੱਚ ਕੁੱਟੀ ਜਾਂਦੀ ਹੈ, ਉਹਦੇ ਤੁਸੀਂ ਵੀ ਜ਼ਿੰਮੇਵਾਰ ਹੋ। ਜੇਕਰ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਹਾਂ ਦਾ ਨਾਰਾ ਆਪਣੀ ਕਾਂਗਰਸ ਸਰਕਾਰ, ਆਪਣੇ ਹੰਕਾਰੀ ਕੈਪਟਨ ਕੋਲੇ ਨਾ ਮਾਰਿਆ, ਜਾਂ ਤੁਹਾਡੀ ਕੇਂਦਰੀ ਕਮੇਟੀ ਤੱਕ ਨਾ ਰੱਖਿਆ ਕਿ ਪੰਜਾਬ ਦੇ ਹਾਲਾਤ ਇਹ ਨੇ, ਤਾਂ 30 ਤਰੀਕ ਨੂੰ ਅਸੀਂ ਫੇਰ ਮੋਤੀ ਮਹਿਲ ਜਾਵਾਂਗੇ। ਜਿਹੜਾ ਕੁਝ ਉੱਥੇ ਵਾਪਰਦਾ ਉਹਦੇ ਸੰਬੰਧੀ ਜੇਕਰ ਤੁਸੀਂ ਨਾ ਬੋਲੇ ਤਾਂ ਵੋਟਾਂ ਦੇ ਵਿੱਚ ਆਓ, ਅਸੀਂ ਤੁਹਾਨੂੰ ਘੇਰਾਂਗੇ, ਪਿੰਡਾਂ ਦੇ ਵਿੱਚ ਘੇਰਾਂਗੇ, ਭਜਾਵਾਂਗੇ, ਤੁਹਾਡੇ ਕੋਲੇ ਸਵਾਲ ਕਰਾਂਗੇ। ਜਿਹੜੇ ਸਵਾਲਾਂ ਦਾ ਜਵਾਬ ਤੁਹਾਡੇ ਕੋਲੇ ਨਹੀਂ ਹੋਣਾ, ਤੇ ਪੰਜਾਬ ਦੀ ਨੌਜਵਾਨੀ ਇਸ ਵਾਸਤੇ ਤਿਆਰ ਬੈਠੀ ਹੈ। ਇਸ ਗੱਲ ਦੀ ਚੇਤਾਵਨੀ ਵੀ ਹੈ ਕਾਂਗਰਸ ਸਰਕਾਰ ਨੂੰ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਸੋਚ ਸਮਝ ਕੇ ਇਹਨਾਂ ਬੇਰੁਜ਼ਗਾਰਾਂ ਦੇ ਦਰਵਾਜ਼ਿਆਂ ਤੱਕ ਜਾਇਓ। ਬੇਰੁਜ਼ਗਾਰਾਂ ਨੇ ਆਪਣੇ ਦਰਵਾਜ਼ੇ ਤੁਹਾਡੇ ਵਾਸਤੇ ਨੋ ਐਂਟਰੀ ਲਿਖ ਰੱਖੀ ਹੈ, ਤੇ 30 ਤਰੀਕ ਨੂੰ ਅਸੀਂ ਆਪਣੀ ਮੰਗ ਨੂੰ ਲੈ ਕੇ ਮੋਤੀ ਮਹਿਲ ਜਾ ਰਹੇ ਹਾਂ। ਜੇਕਰ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਕੁਝ ਵਾਪਰਦਾ ਹੈ, ਤੁਹਾਨੂੰ ਪਹਿਲਾਂ ਮੰਗ ਪੱਤਰ, ਚੇਤਾਵਨੀ ਪੱਤਰ ਦਿੱਤੇ ਜਾ ਚੁੱਕੇ ਨੇ ਵਿਧਾਇਕਾਂ ਨੂੰ। ਰਹਿੰਦੇ ਸਮੇਂ ਦੇ ਵਿੱਚ ਆਪਣੀ ਸਰਕਾਰ ਤੱਕ ਇਹ ਬੇਨਤੀ ਪਹੁੰਚਾ ਕੇ ਇਹਨਾਂ ਬੇਰੁਜ਼ਗਾਰਾਂ ਦੇ ਰੁਜ਼ਗਾਰ ਸੰਬੰਧੀ ਕੋਈ ਰਸਤਾ ਕੱਢ ਦਿਓ, ਵਧੀਆ ਗੱਲ ਹੈ। ਨਹੀਂ, 30 ਤਰੀਕ ਨੂੰ ਪੰਜਾਬ ਦੇ ਬੇਰੁਜ਼ਗਾਰ ਆਪਣਾ ਰੁਜ਼ਗਾਰ ਲੈਣ ਵਾਸਤੇ ਮੋਤੀ ਮਹਿਲ ਪਟਿਆਲੇ ਜਾਣਗੇ, ਜਿਹਦੀ ਸਮੁੱਚੀ ਜ਼ਿੰਮੇਵਾਰੀ ਤੁਹਾਡੀ ਸਾਰੇ ਵਿਧਾਇਕਾਂ ਦੀ ਹੋਊ, ਜਿਨ੍ਹਾਂ ਨੂੰ ਪਹਿਲਾਂ ਲਿਖਤੀ ਪੱਤਰ ਦਿੱਤੇ ਜਾ ਚੁੱਕੇ ਨੇ। ਤੇ ਪੰਜਾਬ ਦੀ ਨੌਜਵਾਨੀ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਰਸਤਾ ਛੱਡ ਕੇ, ਇਹਨਾਂ ਦੇ ਹੱਥ ਠੋਕੇ ਬਣਨ ਦਾ ਰਸਤਾ ਛੱਡ ਕੇ ਆਓ, ਆਪਾਂ ਸੰਘਰਸ਼ ਕਰੀਏ, ਲੜੀਏ। ਜਿਵੇਂ ਸਾਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਨੇ ਕਿਹਾ, ਕਰਤਾਰ ਸਿੰਘ ਸਰਾਭੇ ਹੋਣਾ ਨੇ ਕਿਹਾ, ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ ਵਰਗਿਆਂ ਨੇ ਕਿਹਾ, ਉਹਨਾਂ ਮਹਾਨ ਸ਼ਹੀਦਾਂ ਨੇ ਕਿ ਆਪਣੇ ਹੱਕ, ਸੱਚ, ਇਨਸਾਫ ਦੀ, ਜਦੋਂ ਖੁਦ ਕੋਈ ਇਨਸਾਫ ਨਹੀਂ ਦਿੰਦਾ ਤਾਂ ਆਪਣਾ ਇਨਸਾਫ ਲੈਣ ਲਈ
ਲੜ ਕੇ ਮੈਦਾਨ ਵਿੱਚ ਨਿੱਤਰ ਕੇ ਲਾਓ ਤੇ ਉਹਨਾਂ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਦਾ ਰਸਤਾ ਛੱਡ ਕੇ ਆਓ, ਆਪਾਂ ਆਪਣੇ ਹੋਂਦ ਲਈ ਲੜੀਏ। ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਇਹ ਅਪੀਲ ਹੈ ਤੁਹਾਡੇ ਚੈਨਲ ਦੇ ਜ਼ਰੀਏ। ਬੇਨਤੀ ਹੈ ਸਾਰੇ ਇਸ ਚੈਨਲ ਤੇ ਜੁੜੇ ਸਾਡੇ ਵਾਸੀਆਂ ਨੂੰ, ਸਾਡੇ ਲੋਕਾਂ ਨੂੰ ਕਿ ਇਹਨਾਂ ਨੌਜਵਾਨਾਂ ਦੇ ਪੱਖ ਦੇ ਵਿੱਚ ਤੁਸੀਂ ਵੀ ਆਹ ਦਾ ਨਾਅਰਾ ਮਾਰਿਓ। 90 ਦਿਨ ਤੋਂ 95 ਦਿਨ ਤੋਂ ਸਾਡਾ ਸਾਥੀ ਪਟਿਆਲੇ ਦੇ ਵਿੱਚ ਬੈਠਾ ਹੋਇਆ ਟਾਵਰ ਦੇ ਵਿੱਚ, ਜਿਹੜਾ ਕਿ ਸਰਕਾਰ, ਕਾਂਗਰਸ ਸਰਕਾਰ ਉਡੀਕ ਰਹੀ ਹੈ ਕਦੋਂ ਉਹਦੀ ਮੌਤ ਹੋਵੇ, ਕਦੋਂ ਉਹਦੀ ਡੈੱਡ ਬੋਡੀ ਪਿੰਡ ਵੱਲ ਜਾ ਕੇ ਉਹਦਾ ਸੰਸਕਾਰ ਕਰ ਦਿੱਤਾ ਜਾਵੇ, ਪਰਿਵਾਰ ਨੂੰ 5 ਲੱਖ ਦਾ ਚੈੱਕ ਤੇ ਤਰਸ ਦੇ ਆਧਾਰ ਤੇ ਨੌਕਰੀ ਦੇ ਦਿੱਤੀ ਜਾਵੇ। ਸਰਕਾਰ ਇਸ ਉਡੀਕ ਦੇ ਵਿੱਚ ਹੈ। ਸਾਡੀ ਬੇਨਤੀ ਤੁਹਾਨੂੰ ਇਸ ਚੈਨਲ ਦੇ ਮਾਧਿਅਮ ਰਾਹੀਂ ਕਿ ਉਸ ਨੂੰ ਆਪਾਂ ਜਿਉਂਦਾ ਬਚਾ ਕੇ ਟਾਵਰ ਤੋਂ ਉਤਾਰ ਕੇ ਪਟਿਆਲੇ ਦੇ ਵਿੱਚੋਂ ਉਹਨਾਂ ਦੇ ਘਰ ਛੱਡ ਕੇ ਆਈਏ ਤੇ ਉਹਨਾਂ ਦੇ ਪਰਿਵਾਰ ਨੂੰ ਰੁਜ਼ਗਾਰ ਦਿਵਾਈਏ। ਉਹ ਆਪਣੀ ਯੋਗਤਾ ਦੇ ਅਨੁਸਾਰ ਰੁਜ਼ਗਾਰ ਮੰਗ ਰਿਹਾ। ਇਹ ਸਾਡੀ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਬੇਨਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਵੱਲੋਂ। ਜੀ ਜੀ ਧੰਨਵਾਦ ਜੀ ਤੁਹਾਡਾ। ਸੋ ਇਹ ਸਨ ਸਾਡੇ ਨਾਲ ਸੁਖਵਿੰਦਰ ਸਿੰਘ ਢਿੱਲਵਾਂ। ਇਹ ਸਵਾਲ ਸਾਡੇ ਜਿਹੜੇ ਚੈਨਲ ਦੇ ਨਾਲ ਜੁੜੇ ਹੋਏ ਦਰਸ਼ਕ ਨੇ ਉਹਨਾਂ ਲਈ ਵੀ ਆ, ਆਖਰ ਕਿਉਂ ਪੰਜਾਬ ਦੇ ਅਜਿਹੇ ਹਾਲਾਤ ਹੋ ਰਹੇ ਨੇ? ਬੇਰੁਜ਼ਗਾਰ ਜਿਹੜੇ ਨੇ ਉਹ ਪੜ੍ਹ ਲਿਖ ਕੇ ਸੜਕਾਂ 'ਤੇ, ਤੱਤੀਆਂ ਸੜਕਾਂ 'ਤੇ ਬੈਠੇ ਨੇ। ਅਤੇ ਜੇ ਠੰਡ ਦੀ ਗੱਲ ਕਰੀ ਤਾਂ ਠੰਡ ਦੇ ਵਿੱਚ, ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠੰਡਾਂ ਵੀ ਉਹਨਾਂ ਨੇ ਸੜਕਾਂ 'ਤੇ ਗੁਜ਼ਾਰੀਆਂ ਨੇ। ਅਤੇ ਮੀਂਹ ਆਉਂਦਾ, ਹਨੇਰੀਆਂ ਆਉਂਦੀਆਂ ਨੇ, ਉਹ ਸਾਰੀਆਂ ਬਲਜਿੰਦਰ ਸਿੰਗਲਾ ਸਿੱਖਿਆ ਮੰਤਰੀ ਦੀ ਕੋਠੀ ਦੇ ਅੱਗੇ ਗੁਜ਼ਾਰ ਰਹੇ ਨੇ। ਸੋ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਪੰਜਾਬ ਦੇ ਲਈ ਦਰਦ ਰੱਖਦੇ ਨੇ, ਪੰਜਾਬ ਦੇ ਲਈ ਲੜ ਰਹੇ ਨੇ, ਆਪਣੇ ਹੱਕਾਂ ਦੇ ਲਈ ਲੜ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਹਾਂਗੇ। ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਲਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਆਗਿਆ। ਧੰਨਵਾਦ।